इतना करता पुरख निर्भय निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। अपने मान रख दे, अपनी हथेली पे जान रख दे। चिड़ियों के संग बाज लड़ाए चले शेर की चाल, जग कीता पंजाबिया ने कीता है कमाल। ओए जो बोले सो निहाल, ओए जो बोले सो निहाल। गुरुओं का अपने मान रख दे, अपनी हथेली पे जान रख दे। चिड़ियों के संग बाज लड़ाए चले शेर की चाल, जग कीता पंजाबिया ने कीता है कमाल। ओए जो बोले सो निहाल, ओए जो बोले सो निहाल। समुद्रे पार जिसने टेक लगाई उसका हो गया बेड़ा पार। नानक नाम जहाज है जो चढ़े समुद्रे पार, जिसने टेक लगाई उसका हो गया बेड़ा पार। रब सच्चा है अपने बंदों के वो काज संवारे, मंजिल उसी को मिलती है जो हिम्मत कभी न हारे। जो कहते हैं वो करते हैं ये गुरुओं के लाल, जब कीता पंजाबिया ने कीता है कमाल। ओए जो बोले सो निहाल, ओए जो बोले सो निहाल। ढोल बजा के मिठड़े बोल सुना, सवा लाख से के लड़ाऊं तब गुरु गोविंद कहलाऊं। जहां भी जाऊं जीत के आऊं, दास तेरा ऐसा कहलाऊं। सतगुर पुरख नरवैर है, नित हिरदै हर लिव लाए। नरवैर नाल वैर रचाइंदा, अपने घर लुकी लाए। अंतर क्रोध अहंकार है, अंदिन जलै सदा दुख पाई। कूड़ बोल बोल नित भौंक दे, बिख खादे दूजे पाए। बिख माया कारण भरम दे,
ਫਿਰ ਘਰ ਘਰ ਪਤ ਗਵਾਏ ਵੇਸਵਾ ਖੇਰੇ ਪੂਤ ਜਾਓ ਪਿਤਾ ਨਾਮ ਤਿਸ ਜਾਏ ਹਰ ਹਰ ਨਾਮ ਨਾ ਚੇਤਣੀ ਕਰਤਾ ਆਪ ਖਵਾਏ ਹਰ ਗੁਰਮੁਖ ਕਿਰਪਾ ਧਾਰੀਆ ਨਾਮ ਜਨ ਵਿਛੜੇ ਆਪ ਤੁਰ ਗਏ ਤਾਂ ਮਨ ਭਇਆ ਆਨੰਦਾ ਗੁਰ ਪ੍ਰਸਾਦੀ ਬੁਝੀਐ ਸਾ ਤਨ ਸੁਤੇ ਨ ਚੰਦਾ ਜਿਨ ਕੋ ਗੁਰ ਲਿਖਿਆ ਤਿਨਾ ਭੇਟਿਆ ਗੁਰ ਗੋਬਿੰਦਾ ਨਾਨਕ ਸਹਿਜੇ ਮਿਲ ਰਹੇ ਹਰਿ ਪਾਇਆ ਪਰਮਾਨੰਦਾ ਸਤਿਗੁਰ ਸੇਵਨ ਆਪਣਾ ਗੁਰ ਸ਼ਬਦੀ ਵਿਚਾਰਾ ਸਤਿਗੁਰ ਕਾ ਭਾਣਾ ਮਨ ਲੈਣਾ ਹਰਿ ਨਾਮ ਰਖੈ ਉਤਾਰਾ ਐਥੇ ਉਥੇ ਮਨਿਆਰਾ ਜਮ ਕਾਲ ਨੇੜ ਨਾ ਆਵਈ ਆਪ ਬਖਸ਼ੇ ਕਰਤਾਰਾ ਨਾਨਕ ਨਾਮ ਰਤੇ ਸੇ ਧਨਵੰਤ ਹੈ ਨਾਮ ਨਿਰਧਨ ਹੋਰ ਸੰਸਾਰ ਹੈ ਜਨ ਕੀਤੇ ਸਹਿਜੇ ਸਹਿਜ ਸਮਾਵ ਬੜ ਭਾਗੀ ਨਾਮ ਤੇ ਆਇਆ ਐਨ ਸਲਾਗਾ ਪਾਓ ਜਨ ਨਾਨਕ ਮੰਗੈ ਧੂੜ ਤੇ ਨਾ ਸਤਿਗੁਰ ਬਾਣੇ ਜਾ ਲਖ 84 ਮੇਦਨੀ ਤਿਸਨਾ ਜਲ ਤੇ ਕਰੇ ਪੁਕਾਰਾ ਬੁਝਿਆ ਬ੍ਰਹਮ ਵਿਚਾਰ ਤਿਸਨਾ ਅਗਨ ਸਭ ਬੁਝ ਗਈ ਜਨ ਨਾਨਕ ਹਰਿ ਉਤਾਰ ਅਸੀਂ ਖਤੇ ਬਹੁਤ ਕਮਾਉਂਦੇ ਅੰਤ ਨਾ ਪਾਰਾਵਾਰ ਜਿਨਾ ਹਰ ਹਰ ਨਾਮ ਤੇ ਆਇਆ ਜਨ ਨਾਨਕ ਤਿਨ ਜੈਕਾਰ ਗੁਰ ਸਾਧੂ ਸੰਗਤ ਮਿਲੈ ਹੀਰੇ ਰਤਨ ਲਵਾਨਾ ਨਾਨਕ ਲਾਭੇ ਮੂਲਕਾ ਗੁਰ ਕਿਉ ਹੋਵੇ ਠਰਵਾਸ ਮਨ ਮੁਖੀਆਂ ਦੁਆਗਣੀ ਆਵਣ ਜਾਣ ਮਿਆਸ ਗੁਰਮੁਖ ਨਾਮ ਸੁਹਾਗ ਹੈ ਜਿਨ ਅੰਤਰ ਨਾਮ ਪਰਗਾਸਾ ਸ਼ਬਦ ਮਰੈ ਸੋਈ ਜਨ ਸਿਜੈ ਬਿਨ ਸ਼ਬਦ ਮੁਕਤ ਨਾ ਹੋਈ ਭੇ ਮਰੈ ਬਹੁ ਕਰਮ ਬਿਰੁਤੇ ਪਾਏ ਦੂਜੈ ਪੰਜ ਹੋਈ ਉੱਚੇ ਹੋਈ ਉੱਚਾ ਹੋਈ ਆਪੜ ਕੋਈ ਨਾ ਸਕਈ ਜੇ ਸੋ ਲੋਚੈ ਕੋਈ ਆਏ ਵਸੈ ਗੁਰ ਸ਼ਬਦ ਵਿਚਾਰੈ ਕੋਈ ਨਾਨਕ ਸ਼ਬਦ ਮਰੈ ਮਨ ਮਾਨੀਐ ਸਾਚੇ ਸਾਚੇ ਸੋਈ ਮਨ ਮੁਖਾਂ ਉਰਵਾਰ ਨਾ ਪਰ ਹੈ ਅੰਧ ਵਿੱਚ ਰਹਿ ਲੁਕਾਏ ਜੋ ਤਰੇ ਨਦਰ ਕਰੇ ਜਿਸ ਆਪਣੀ ਸੋ ਚੱਲੈ ਸਤਿਗੁਰ ਭਾਈ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇੱਛੈ ਸੋ ਫਲ ਪਾਏ ਜਿਨੇ ਸਤਿਗੁਰ ਮੰਨਿਆ ਹਉ ਤਿਨ ਕੈ ਲਾਗੋਂ ਪਾਏ ਨਾਨਕ ਤਾਂ ਕਾ ਦਾਸ ਹੈ ਜੇ ਅਨ ਦਿਨ ਰਹਿ ਬੁਲਾਏ ਜਿਨਾ ਤੇਰੇ ਪਿਆਰ ਬਿਨ ਦਰਸ਼ਨ ਕਿਉ ਤ੍ਰਿਪਤੀਐ ਨਾਨਕ ਮਿਲੈ ਸੁਭਾਈ ਗੁਰਮੁਖੇ ਮਨ ਰਹਿਸੀਐ ਜਿਨਾ ਤੇਰੇ ਪਿਆਰਾ ਕਿਉ ਜੀਵਨ ਫਿਰ ਵਾਰੇ ਜਾਂ ਸੋ ਦੇਖਣ ਆਪਣਾ ਨਾਨਕ ਜੀਵਨ ਪੀ ਹਰੇ ਜਿਨਾ ਗੁਰਮੁਖ ਅੰਦਰ ਨੇਹਾ ਤੈ ਪ੍ਰੀਤਮ ਸੱਚਾ ਲਾਇਆ ਰਾਤੀ ਅਤੇ ਡੇਹਾ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ਼ਕੀ ਜਗ ਪ੍ਰੀਤਮ ਸੱਚਾ ਪਾਈਐ ਕਬੂ ਨਾ ਹੋਵੇ ਭੰਗਾ ਨਾਨਕ ਹਰ ਗੁਣ ਗਾਈਐ ਜਿਨਾ ਅੰਦਰ ਸੱਚਾ ਨੇਹਾ ਕਿਉ ਜੀਵਨ ਫਿਰੇ ਬਿਹੁਣੀਆਂ ਗੁਰਮੁਖ ਮਿਲਿਆ ਨਾਨਕ ਚਿਰੇ ਵਿਛੁੰਨਿਆ ਜਿਨ ਕੋ ਪ੍ਰੇਮ ਪਿਆਰਾ ਤੋ ਆਪੇ ਲਾਇਆ ਕਰਮ ਕਰ ਨਾਨਕ ਦੇਹ ਮਿਲਾਏ ਮੈਂ ਜਾਤ ਕਦੀ ਜਹ ਨਾਮ ਹਰਿ ਗੁਰਮੁਖ ਹਸੈ ਗੁਰਮੁਖ ਰੋਵੈ ਜੇ ਗੁਰਮੁਖ ਕਰੈ ਸਾਈ ਭਗਤ ਹੋਵੈ ਗੁਰਮੁਖ ਹੋਵੇ ਸੋ ਕਰੇ ਵਿਚਾਰਾ ਗੁਰਮੁਖ ਨਾਨਕ ਪਾਵੈ ਪਾਰ ਜਿਨਾ ਅੰਦਰ ਨਾਮ ਨਿਧਾਨ ਹੈ ਪਾਠ ਨੰਬਰ ਭਾਈ ਸੇਤੀ ਜਾਣੇ ਧੂੜੀ ਵਿੱਚ ਲੜਦਰੀ ਸੋਹਾ ਨਾਨਕ ਤੈਸੈ ਡਾਲੇ ਗੁਰ ਕੈ ਜਪਦੇ ਰਾਧੀਐ ਨਾਮ ਰੰਗ ਬੈ ਰਾਗ ਜੀਤੇ ਪੰਜ ਬੈਰਾਈਆ ਨਾਨਕ
ਅੰਤੜੇ ਬਾਬੜ ਬਿਰਤਾ ਗਇਓ ਜਨਮ ਜਿਨ ਕੀ ਤੋ ਸੋ ਵਿਸਰੇ ਨਾਨਕ ਧਰਮ ਐਸੇ ਚਵੈ ਕੀਤੋ ਪਵਨ ਬੜੀ ਤਾ ਖੁਬੜੀ ਕੁਤਾਏ ਮਿੱਟੀ ਗਲਕ ਮੰਤਰੀਆ ਨਾਨਕ ਸਾਹੋ ਜਿਸ ਪਾਸ ਬੈਠਿਆ ਸੋਈਐ ਸਪਨਾ ਦਾ ਵਿਸਾਹੋ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਨੇ ਸਾਹੋ ਜਿਸ ਪਾਸ ਬੈਠਿਆ ਸੋਈਐ ਸਪਨਾ ਦਾ ਵਿਸਾਹੋ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਨਵਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨਾ ਕਹੋ ਨਾਨਕ ਹਰਿ ਪਦ ਮਨਾ ਜੇ ਬਿਦ ਜਲ ਕੋ ਮੀਨਾ ਵਿਖਿਆਨ ਸਿਉ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ ਕਹੋ ਨਾਨਕ ਭਜ ਹਰ ਮਨਾ ਪਰੈ ਨ ਜਮ ਕੀ ਪਾਸ ਕਰਨਾ ਪੂਜਿਓ ਹੀ ਗਇਓ ਲਿਓ ਜਰਾ ਧਨ ਜੀਤਾ ਕਹੋ ਨਾਨਕ ਭਜ ਹਰ ਮਨਾ ਔਦ ਜਾਤ ਹੈ ਬੀਤਾ ਪਇਓ ਸੂਜੈ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਬਰੇ ਕਿਉ ਨ ਭਜੈ ਭਗਵਾਨ ਬਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨਾ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਭਗਤ ਉਦਾਹਰਣ ਭੈ ਹਰਨ ਹਰਿ ਅਨਾਥ ਕੇ ਨਾਥ ਕਹੋ ਨਾਨਕ ਤਿਹ ਜਾਨੀਐ ਸਦਾ ਬਸਤ ਤੁਮ ਸਾਥ ਧਨ ਤਨ ਜੀ ਤੂੰ ਕਉ ਦਿਓ ਤਾਸਿਉ ਨਿਉ ਨ ਕੀਨਾ ਕਹੋ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨਾ ਧਨ ਤਨ ਸਉਪੈ ਸੁਖ ਦਿਓ ਅਰਜਨੀ ਕੇ ਨਾਮ ਨਾਨਕ ਸੁਨਰੇ ਰੇ ਮਨਾ ਸਿਮਰਤ ਕਾਹਿ ਨਾਮ ਸੁਖ ਦਾਤਾ ਰਾਮ ਹੈ ਦੂਸਰ ਨਾਹਿ ਨ ਕੋਏ ਕਹੋ ਨਾਨਕ ਸੁਨਰੇ ਮਨਾ ਦੇ ਸਿਮਰਤ ਗਤ ਹੋਏ ਸਿਮਰਤ ਗਤ ਪਾਈਐ ਤੇ ਭਜਰੇ ਤੈ ਮੀਤਾ ਨਾਨਕ ਸੁਨਰੇ ਮਨਾ ਔਦ ਕਟਤ ਹੈ ਨੀਤਾ ਕਾਜ ਤਾਤ ਕੋ ਤਨ ਰਚਿਓ ਜਾਨੋ ਚਦਰ ਸੁਜਾਨ ਤੇ ਉਪਜਿਉ ਨਾਨਕਾ ਦੀਨ ਤਾਈ ਮਹਿਮਾਨ
ਉਪਕਾਰਾ ਨਾਨਕ ਤੇ ਭਜ ਮਨਾ ਪਉ ਨਿਤ ਉਤਰੈ ਪਾਰ ਸੁਖ ਦੁਖ ਜੀ ਪਰਸੈ ਸੈ ਨਹੀਂ ਲੋਭ ਮੋਹ ਅਭਿਮਾਨ ਨਾਨਕ ਸੁਨਹਿਰੀ ਮਨਾ ਸੋ ਮੂਰਤ ਭਗਵਾਨ ਮਸਤਕ ਦਿਆ ਨਾਹੀ ਜਿਹੇ ਕੰਚਨ ਲੋ ਸਮਾਨ ਨਾਨਕ ਸੁਨਹਿਰੀ ਮਨਾ ਮੁਕਤ ਤਾਹੀ ਤੈ ਜਾਨਾ ਸੁਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨਾ ਨਾਨਕ ਸੁਨਰੀ ਰੀ ਬਨਾ ਮੁਕਤ ਤਾਹੀ ਤੈ ਜਾਨਾ ਕਾਹੂ ਕੋ ਦੇਤ ਨੈ ਪੈਮਾਨ ਧਿਆਨਾ ਨਾਨਕ ਸੁਨਰੀ ਬਨਾ ਗਿਆਨੀ ਤਾਹੀ ਬਖਾਨਾ ਇਹ ਵਿਕਿਆ ਸਗਲੀ ਤਜੀ ਨਾਨਕ ਪਨ ਤਰੈ ਔਰ ਨ ਦੇਤ ਉਦਾਰ ਸੁਪਨਾ ਹਰ ਪੇਖਨਾ ਐਸੇ ਜਗ ਕੋ ਜਾਨਾ ਮਨ ਬੈ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਇਸ ਦਿਨ ਪਾਇਆ ਕਾਰਨੇ ਪ੍ਰਾਨੀ ਦੋਆ ਉਪਜੈ ਬਿਨ ਸੈਨੀਤਾ ਜਗ ਰਚਣਾ ਕੈਸੀ ਰਜੀ ਕਉ ਨਾਨਕ ਸੁਨ ਮੀਤਾ ਕਾਲੀ ਕਛੂ ਨ ਚੇਤਈ ਮਦ ਮਾਇਆ ਕੈ ਅੰਦਾ ਨਾਨਕ ਬਿਨ ਹਰ ਭਜਨਾ ਪਰਤ ਤਾਹੇ ਜਮ ਪੰਦਾ ਸੁਖ ਕੋ ਚਾਹੈ ਹੈ ਸਦਾ ਸਰਨ ਰਾਮ ਕੀ ਲੈ ਹੈ ਕਉ ਨਾਨਕ ਸੁਨਰੀ ਰੇ ਮਨਾ ਦੁਰਲਭ ਮਾਨਕ ਦੇ ਹੈ ਮਾਇਆ ਕਾਰਣ ਤਾਵਹੀ ਮੂਰਖ ਲੋਕ ਅਜਾਨਾ ਕਉ ਨਾਨਕ ਬਿਨ ਹਰ ਭਜਨਾ ਬਿਰਥਾ ਜਨਮ ਸਿਰਾਨਾ ਜੋ ਪ੍ਰਾਨੀ ਜਿਸ ਦਿਨ ਭਜੈ ਰੂਪ ਰਾਮ ਤੇ ਜਾਨਾ ਜਨ ਹਰਿ ਤਰ ਨਹੀਂ ਨਾਨਕ ਸਾਚੀ ਮਾਨਾ ਮਨ ਮਾਇਆ ਬੈ ਬਾਦ ਰਹਿਓ ਬਿਸਰਿਓ ਗੋਬਿੰਦ ਨਾਮਾ ਨਾਨਕ ਆਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਏ
तब नैन नैन है जो देखो सहस मूरत नैना एक तोरी सहस पग भी सब में जोत जोत है सोए तिसते जानन सब में जानन होए गुर साखी जोत प्रगट होए जोत सपावै सो आरती होए चरण कमल मकरंद लोक आनंद होए आए व्यासा पंजल दे नानक सारंग होए जाते तेरे नाम वासा नाम तेरे मारते मजनम रे हरके नाम तेरे माही पसारे नाम तेरे की जोत लगाई भाई उजियार रोगन सगलाए नाम तेरे काला नाम फूलवाला पार सगल खारे तेरो किया तुझे तेरा को नाम तेरा मुनि सबल बुलारे दस अथक सठे तारे भानी ये है बर्तन है सगल संसारे कह रविदास नाम तेरा आरती सतनाम है और तुम्हारे रूप दीप पितर आज आरती बार न जाऊं कमला पाती मंगलारण मंगलाय मंगल राजा राम राय को उत्तम दिया निर्मल बाती तेरा नाम की अमानी दीपक देव तेरा जोत रहे जगदीश जगाया ऊंचा भूत पांचे शब्द अनाथ बाजे संगे सारंग मानी कबीर दास तेरी आरती कीनी गंगार निर्वाणी गोपाल तेरा आरता गोपाल तेरा आरता जोधन तुमरी पकड़ ते तिनके तार मारता सीता मांगो कियो हमरा खुशी भैया शगन निकाया मांगो सब सीता बस मंगो दे काजल पुरी करके की घन चंकी घन धन्ना लेवे मंगी गोपाल तेरा मेरी अभय बेन जी सोनवी और नमागत हो तुम देखत जागत हो चित्त में सोई सप्तन सोमत ही रात भीतर पूजय मरो का साथ भरी संत सहाय सदा गंधवान पाताय शामों में है मान दीजय माई कहे जब देव तुम्हारे गाव देखो मातु तह नहीं माने हो राम नहीं प्राण कराना अनेक कह मत एक रमाने सिमरत सत एक सरस ਸੋ ਸਤਿਗੁਰੂ ਜੀ ਨੇ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਨੇ ਇਕੱਤਰ ਹੋਏ ਹਾਂ ਸੰਪੂਰਨ ਬਾਣੀ ਪੜ੍ਹ ਕੇ ਭੋਗ ਪਾਏ ਗਏ ਨੇ ਆਰਤੀ ਦੇ ਸ਼ਬਦ ਪੜ੍ਹੇ ਗਏ ਨੇ ਆਓ ਸਤਿਗੁਰੂ ਜੀ ਨੇ ਜੋ ਸਾਨੂੰ ਬਾਣੀ ਵਿੱਚ ਸਮਝਾਇਆ ਹੈ
ਉਹਨੂੰ ਆਪਾਂ ਸਮਝਣ ਦਾ ਯਤਨ ਕਰੀਏ। ਜੇ ਆਪਾਂ ਖੇਤੀ ਦੀ ਗੱਲ ਕਰੀਏ ਤੇ ਖੇਤੀ ਦੀਆਂ ਵੀ ਬੜੀਆਂ ਉਦਾਹਰਨਾਂ ਸਤਿਗੁਰੂ ਜੀ ਨੇ ਬਾਣੀ ਵਿੱਚ ਸਾਨੂੰ ਬਖਸ਼ਿਸ਼ ਕੀਤੀਆਂ। ਸੋ ਇਸ ਕਿੱਤੇ ਨਾਲ ਬੜੇ ਲੋਕ ਜੁੜੇ ਨੇ, ਬੜੇ ਹੀ ਮੱਧਵਰਗੀ ਲੋਕ ਇਸ ਕਿੱਤੇ ਨੂੰ ਉਹਨਾਂ ਨੇ ਅਪਣਾਇਆ ਹੋਇਆ ਹੈ, ਉਹਨਾਂ ਦਾ ਰੁਜ਼ਗਾਰ ਹੈ ਤੇ ਗੁਰਮਤਿ ਨਾਲ ਜੁੜ ਕੇ ਜਿੱਥੇ ਉਹ ਆਪਣਾ ਸੋਹਣਾ ਜੀਵਨ ਜਿਉਂਦੇ ਨੇ, ਉੱਥੇ ਸੰਸਾਰ ਦੇ ਵਿੱਚ ਸਤਿਗੁਰੂ ਜੀ ਦੇ ਦੱਸੇ ਮੁਤਾਬਕ ਸੰਬੰਧ ਕੱਢ ਕੇ ਆਪਣੀਆਂ ਕਿਰਤ ਕਮਾਈਆਂ ਨੂੰ ਸਭਲਿਆਂ ਜ਼ਰੂਰ ਕਰਦੇ। ਸਤਿਗੁਰੂ ਜੀ ਦਾ ਇਹ ਵੀ ਫਰਮਾਨ ਹੈ, ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੈ। ਜਿਹੜਾ ਕਿਰਤ ਕਮਾਈ ਕਰਦਾ ਹੈ ਹੱਕ ਹਲਾਲ ਦੀ ਫਿਰ ਸਾਨੀ ਕਰਨੀ ਸ਼ਰਮ ਪਾਏ ਤਨ ਦੇ ਸ਼ਰਮ ਪਾਈ ਤਨ ਦੇ ਮਨ ਹਾਰੇ ਫਿਰ ਸਾਨੀ ਕਰਨੀ ਮਨ ਹਾਰੇ ਫਿਰ ਸਾਨੀ ਕਰਨੀ। ਨਾਮ ਬੀਜ ਸੰਤੋਖ ਸੁਹਾਗਾ, ਨਾਮ ਬੀਜ ਸੰਤੋਖ ਸੁਹਾਗਾ, ਲੱਖ ਗਰੀਬੀ ਬੇਸਾ, ਭਾਉ ਕਰਮ ਕਰ ਜਮ ਸੇ ਸੇ ਕਰ ਪਾਗਟ ਦੇਖ, ਮਨ ਹਾਰੀ ਫਿਰ ਸਾਨੀ ਕਰਨੀ ਮਨ ਹਾਰੀ ਫਿਰ ਸਾਨੀ ਕਰਨੀ ਮਨ ਹਾਰੀ ਫਿਰ ਸਾਨੀ ਕਰਨੀ ਮਨ ਹਾਰੀ ਫਿਰ ਸਾਨੀ ਕਰਨੀ। ਸ਼ਰਮ ਪਾਈ ਤਨ ਖੇਤ, ਸ਼ਰਮ ਪਾਈ ਤਨ ਖੇਤ ਮਨ ਹਾਰੀ ਫਿਰ ਸਾਨੀ ਕਰਨੀ ਮਨ ਹਾਰੀ ਫਿਰ ਸਾਨੀ ਕਰਨੀ। ਮਾਇਆ ਸਾਧ ਨਾ ਹੋਏ, ਇਨ ਮਾਇਆ ਜਗ ਮੋਹਿਆ, ਮਨ ਹਾਰੀ ਫਿਰ ਸਾਨੀ ਕਰਨੀ ਮਨ ਹਾਰੀ ਫਿਰ ਸਾਨੀ ਕਰਨੀ ਮਨ ਹਾਰੀ ਫਿਰ ਸਾਨੀ ਕਰਨੀ ਮਨ ਹਾਰੀ ਫਿਰ ਸਾਨੀ ਕਰਨੀ। ਆਣ ਹੱਟ ਕਰ ਹਾਰ ਜਾ, ਆਣ ਹੱਟ ਕਰ ਹਾਰ ਜਾ, ਸਚ ਨਾਮ ਕਰ ਬਾਤ
ਮਨ ਹਾਰੀ ਕਿਰਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ ਸ਼ਰਮ ਪਾਣੀ ਤਨ ਖੇਤ ਮਨ ਹਾਰੀ ਕਿਰਸਾਨੀ ਕਰਨੀ ਮਨ ਹਾਰੀ ਕਿਰਸਾਨੀ ਕਰਨੀ ਮਨ ਹਾਰੀ ਕਿਰਸਾਨੀ ਕਰਨੀ ਮਨ ਹਾਰੀ ਕਿਰਸਾਨੀ ਮਨ ਹਾਰੀ ਕਿਰਸਾਨੀ ਕਰਨੀ ਸ਼ਰਮ ਪਾਣੀ ਸ਼ਰਮ ਪਾਣੀ ਤਨ ਖੇਤ ਸ਼ਰਮ ਪਾਣੀ ਤਨ ਖੇਤ ਨਮਸਕਾਰ ਉਹਨਾਂ ਨੂੰ ਸਭ ਜਗ ਕਰੇ ਨਮਸਕਾਰ ਉਹਨਾਂ ਨੂੰ ਸਭ ਜਗ ਕਰੇ ਨਮਸਕਾਰ ਉਹਨਾਂ ਕੇ ਮੁਖ ਸਾਧ ਉਜਲੇ ਉਹਨਾਂ ਕੇ ਮਨ ਨਿਰੰਕਾਰ ਜਿਨ ਧਿਆਇਆ ਹਰ ਨਿਰੰਕਾਰ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਉਹਨਾਂ ਦੇ ਮੁਖ ਸਾਧ ਉਜਲੇ ਉਹਨਾਂ ਦੇ ਮੁਖ ਸਾਧ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਕਰੇ ਨਮਸਕਾਰ ਸਭ ਜਗਤ ਕਰੇ ਨਮਸਕਾਰ ਗੁਰੂ ਗਰੀਬ ਨਵਾਜ ਸਤਿਗੁਰੂ ਜੀ ਦੇ ਹਜ਼ੂਰ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਾਧ ਸੰਗਤ ਜੀਓ ਆਪ ਸਮੂਹ ਸੰਗਤਾਂ ਨੂੰ ਤਕਰੀਬਨ ਆਪਾਂ ਪਹਿਲਾਂ ਵੀ ਬੇਨਤੀ ਕੀਤੀ ਹੈ ਦੱਸਿਆ ਹੈ ਔਰ ਆਪ ਨੂੰ ਪਹਿਲਾਂ ਵੀ ਪਤਾ ਹੈ ਵੀ ਕਾਫੀ ਦਿਨਾਂ ਤੋਂ ਆਪਾਂ ਗੁਰਦੁਆਰਾ ਸਾਹਿਬ ਦਾ ਜਿਹੜਾ ਸਾਈਨ ਬੋਰਡ ਆ ਉਹਦੇ ਉੱਤੇ ਵੀ ਲਿਖਿਆ ਹੋਇਆ ਸੀ ਅਤੇ ਜਿਹੜਾ ਗੁਰਦੁਆਰਾ ਸਾਹਿਬ ਦਾ ਪੇਜ ਆ ਫੇਸਬੁੱਕ ਤੇ ਉਹਦੇ ਉੱਤੇ ਵੀ ਪਾਇਆ ਹੋਇਆ ਸੀ ਔਰ WhatsApp ਦਾ ਜਿਹੜਾ ਗਰੁੱਪ ਹੈ ਉਹਦੇ ਉੱਤੇ ਵੀ ਇਹ ਮੈਸੇਜ ਪਾਇਆ ਹੋਇਆ ਸੀ ਕਿ ਜਿਹੜਾ ਇਹ ਅਖੰਡ ਪਾਠ ਸਾਹਿਬ ਹੈ ਨਵੇਂ ਸਾਲ ਦੀ ਆਰੰਭਤਾ ਅਤੇ ਕਿਸਾਨੀ ਸੰਘਰਸ਼ ਨੂੰ ਜਿੱਤਣ ਦੀ ਖੁਸ਼ੀ ਵਿੱਚ ਸਮੂਹ ਸੰਗਤਾਂ ਵੱਲੋਂ ਰਲ ਮਿਲ ਇਕੱਤਰ ਹੋ ਕੇ ਆਰੰਭ ਕਰਵਾਇਆ ਹੋਇਆ ਹੈ। ਤਾਂ ਤੇ ਪਿਆਰਿਓ ਸਤਿਗੁਰੂ ਜੀ ਦੀ ਜਿਹੜੀ ਵਿਚਾਰਧਾਰਾ ਹੈ ਉਹ ਸੰਸਾਰ ਨਾਲੋਂ ਵੱਖਰੀ ਹੈ। ਭਾਵ ਕਿ ਜਿਵੇਂ ਦੁਨੀਆ ਜ਼ਿੰਦਗੀ ਜਿਉਂਦੀ ਹੈ ਉਸ ਤਰ੍ਹਾਂ ਦਾ ਸਿੱਖ ਦਾ ਜੀਵਨ ਨਹੀਂ ਹੈ। ਸਿੱਖ ਨੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਹੈ, ਜਿਹਨੂੰ ਸਤਿਗੁਰੂ ਜੀ ਕਹਿੰਦੇ ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਤਾਂ ਹੁਣ ਅਸੀਂ ਗੁਰੂ ਦੇ ਮਾਰਗ ਤੇ ਚੱਲਣਾ। ਸਤਿਗੁਰੂ ਜੀ ਨੇ ਸਾਨੂੰ ਸਿਧਾਂਤ ਬਖਸ਼ਿਸ਼ ਕੀਤਾ। ਜਦੋਂ ਆਪਾਂ ਗੁਰਬਾਣੀ ਪੜ੍ਹੀਏ ਆਪਾਂ ਬੜੀ ਵਾਰ ਇਸ ਗੱਲ ਦੀ ਵਿਚਾਰ ਕੀਤੀ ਹੈ ਵੀ ਸਤਿਗੁਰੂ ਜੀ ਨੇ ਸਾਡੇ ਸਾਰੇ ਹੀ ਸਵਾਲਾਂ ਦੇ ਜਵਾਬ ਨਾ ਬਾਣੀ ਵਿੱਚ ਦਿੱਤੇ ਹੋਏ। ਤਾਂ ਹੁਣ ਆਪਾਂ ਗੱਲ ਕਰ ਲਈਏ ਪਹਿਲਾਂ ਨਵੇਂ ਸਾਲ ਦੀ। ਚਲੋ ਦੁਨਿਆਵੀ ਤੌਰ ਤੇ ਜਿਵੇਂ ਦੁਨੀਆ ਕਰਦੀ ਹੈ ਉਸ ਤਰੀਕੇ ਸਮੂਹ ਸੰਗਤਾਂ ਨੂੰ ਵਧਾਈਆਂ ਹੋਣ ਤੇ ਜਿਹੜੀ ਇੱਕ ਚੰਗੀ ਕਾਮਨਾ ਕੀਤੀ ਜਾਣੀ ਹੈ। ਸਿੱਖ ਅਰਦਾਸ ਕਰਦਾ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਚੰਗਾ ਹੋਵੇ, ਸਭਨਾਂ ਵਾਸਤੇ ਭਲਾ ਹੋਵੇ, ਵਧੀਆ ਹੋਵੇ। ਤਾਂ ਹੁਣ ਪਿਆਰਿਓ ਦੁਨੀਆ ਦੇ ਵਿੱਚ ਜਿਹੜਾ ਇਹ ਸਾਲ ਮਨਾਇਆ ਜਾਂਦਾ ਹੈ, ਜਿਹੜਾ ਈਸਵੀ ਸਨ ਹੈ, ਇਹ ਹਜ਼ਰਤ ਈਸਾ ਤੋਂ ਸ਼ੁਰੂ ਹੋਇਆ। ਭਾਵ ਇੱਕ ਮੁਸਲਮਾਨ ਪੈਗੰਬਰ ਹੈ, ਮੁਸਲਮਾਨ ਧਰਮ ਦਾ,
ਉਸ ਤੋਂ ਇਹ ਜਿਹੜਾ ਈਸਵੀ ਸਨ ਸ਼ੁਰੂ ਹੋਇਆ ਤਾਂ ਹੁਣ ਬਹੁਤਾਤ ਗਿਣਤੀ ਦੇ ਵਿੱਚ ਇਹਨੂੰ ਮੰਨਿਆ ਜਾਣ ਲੱਗਾ, ਪ੍ਰਚਾਰਿਆ ਜਾਣ ਲੱਗਾ। ਤਾਂ ਹੁਣ ਫਿਰ ਜੇ ਆਪਾਂ ਗੱਲ ਕਰੀਏ ਤਾਂ ਬੜੇ ਹੋਰ ਐਸੇ ਮੁਲਕ ਨੇ, ਐਸੀਆਂ ਕੰਟਰੀਆਂ ਨੇ ਜਿਹੜੀਆਂ ਇਸ ਕੈਲੰਡਰ ਨੂੰ ਵੀ ਨਹੀਂ ਮੰਨਦੀਆਂ। ਉਹਨਾਂ ਦੇ ਆਪਣੇ ਵੱਖਰੇ ਕੈਲੰਡਰ ਨੇ, ਜਿਵੇਂ ਅਰਬ ਕੰਟਰੀਆਂ ਹੋ ਗਈਆਂ, ਉਹਨਾਂ ਦਾ ਆਪਦਾ ਹਿਸਾਬ ਕਿਤਾਬ ਹੈ, ਨਵਾਂ ਸਾਲ ਉਹ ਹੁੰਦਾ। ਹੁਣ ਜਿਹੜੇ ਚਾਈਨਾ ਵਾਲੇ ਨੇ, ਆਪਾਂ ਚੀਨੇ ਆਖ ਦਿੰਦੇ ਹਾਂ, ਇਹਨਾਂ ਦਾ ਨਵਾਂ ਸਾਲ ਫਰਵਰੀ 'ਚ ਹੁੰਦਾ। ਤਾਂ ਹੁਣ ਦੁਨੀਆ ਦੇ ਲੋਕਾਂ ਨੇ ਆਪਣੇ ਆਪਣੇ ਪੈਗੰਬਰਾਂ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਇਹ ਚੀਜ਼ ਨੂੰ ਜੋੜਿਆ ਹੋਇਆ। ਭਾਰਤ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਚੱਲਦਾ ਬਿਕਰਮੀ ਸੰਮਤ। ਤਾਂ ਹੁਣ ਪਿਆਰਿਓ, ਸਿੱਖਾਂ ਨੇ ਵੀ ਯਤਨ ਕੀਤਾ ਕਿ ਸਿੱਖ ਇੱਕ ਵੱਖਰੀ ਕੌਮ ਹੈ ਜਿਹਨੂੰ ਸਤਿਗੁਰੂ ਜੀ ਨੇ ਕਿਹਾ ਸੀ, ਜਬ ਲਗ ਖਾਲਸਾ ਰਹੇ ਨਿਆਰਾ, ਆਪਣਾ ਨਿਆਰਾਪਣ ਕਾਇਮ ਰੱਖੇਗਾ। ਸਤਿਗੁਰੂ ਜੀ ਕਹਿੰਦੇ ਤਬ ਲਗ ਤੇਜ ਦਿਓ ਮੈਂ ਸਾਰਾ। ਤਾਂ ਸਾਹਿਬ ਜੀ ਨੇ ਕਿਰਪਾ ਬਖਸ਼ਿਸ਼ ਕਰਦਿਆਂ ਸਾਨੂੰ ਨਿਆਰਾਪਣ ਦਿੱਤਾ। ਸਾਡੇ ਵੱਖਰੇ ਅਸੂਲ ਨੇ, ਸਾਡੇ ਵੱਖਰੇ ਸਿਧਾਂਤ ਨੇ, ਸਾਡੇ ਦਿਨ ਵਿਵਹਾਰ ਸਾਰੇ ਵੱਖਰੇ ਨੇ, ਪਰ ਸਮਾਂ ਪਾ ਕੇ ਸਭ ਕੁਝ ਰਲਗੜ ਹੁੰਦਾ ਜਾ ਰਿਹਾ। ਉਹ ਉਪਰਾਲਾ ਹੋਇਆ, ਇਸੇ ਤਹਿਤ ਨਾਨਕਸ਼ਾਹੀ ਕੈਲੰਡਰ ਬਣਿਆ ਤੇ ਉਹ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਦੇ ਸੰਬੰਧ ਨਾਲ ਉਹਨੂੰ ਰੱਖ ਕੇ ਬਣਾਇਆ ਗਿਆ। ਤੇ ਜਿਹੜਾ ਚੇਤ ਦਾ ਮਹੀਨਾ, ਉਹੀ ਉਹਦਾ ਪਹਿਲਾ ਮਹੀਨਾ ਰੱਖਿਆ ਗਿਆ। ਤੇ ਮਨੁੱਖ ਦੇ ਜੀਵਨ ਦਾ ਮਨੋਰਥ ਹੀ ਇਹ ਹੈ ਵੀ ਪਰਮਾਤਮਾ ਨਾਲ ਜੁੜਨਾ। ਹੁਣ ਦੁਨੀਆ ਦੇ ਲੋਕ ਤਾਂ ਦੇਖੋ ਕਹਿੰਦੇ ਨਵਾਂ ਸਾਲ ਆ ਗਿਆ, ਪਤਾ ਨਹੀਂ ਕੀ ਕੁਝ ਕਰਦੇ ਨੇ, ਨਜਾਇਜ਼ ਖਰਚੇ ਹੋ ਜਾਂਦੇ ਨੇ, ਨਸ਼ੇ ਵਿਸ਼ੇ ਵਕਾਰ ਇਹਨਾਂ ਵਾਲੇ ਪਾਸੇ ਚਲੇ ਜਾਂਦੇ ਨੇ। ਤੇ ਹਾਲਾਂਕਿ ਨਵਾਂ ਕੁਝ ਵੀ ਨਹੀਂ ਹੁੰਦਾ, ਉਹੀ ਮਹੀਨੇ ਨੇ ਜਨਵਰੀ ਫਰਵਰੀ ਦੇ, ਪਤਾ ਨਹੀਂ ਆਪਾਂ ਕਿੰਨੇ ਵਾਰੀ ਗਿਣ ਚੁੱਕੇ ਹਾਂ, ਸਾਡੇ ਜੀਵਨ ਵਿੱਚ ਕਿੰਨੇ ਵਾਰੀ ਆ ਚੁੱਕੇ ਨੇ। ਸਮੇਂ ਦੀ ਵੰਡ ਕੀਤੀ ਹੋਈ ਆ ਮਨੁੱਖ ਨੇ। ਜਿਵੇਂ ਪਹਿਲਾਂ ਪਲ ਹੁੰਦਾ ਸੀ, ਘੜੀਆਂ ਹੁੰਦੀਆਂ ਸੀ, ਵਿਸਵੇ ਹੋ ਗਏ, ਛੱਸੇ ਹੋ ਗਏ, ਪੈਰ ਹੋ ਗਏ, ਇਸੇ ਤਰ੍ਹਾਂ ਅੱਜ ਬੰਦਾ ਸਮੇਂ ਦੀ ਮਿਣਤੀ ਕਰਦਾ ਆਪਣੇ ਹਿਸਾਬ ਨਾਲ। ਉਹਨੇ ਸਕਿੰਟ ਨੂੰ ਇੱਕ ਸਮੇਂ ਦੀ ਇਕਾਈ ਮੰਨਿਆ, ਫਿਰ ਉਸ ਤੋਂ ਬਾਅਦ ਮਿੰਟ ਹੋ ਗਏ, ਫਿਰ ਉਸ ਤੋਂ ਬਾਅਦ ਘੰਟੇ ਹੋ ਗਏ, ਘੰਟਿਆਂ ਦੇ ਬਾਅਦ ਵਿੱਚ ਦਿਨ ਆ ਜਾਂਦਾ ਹੈ, ਫਿਰ ਇਹਦੇ ਵਿੱਚ ਆਪਾਂ ਕਿਹੋ ਹਫ਼ਤਾ ਬਣ ਜਾਂਦਾ ਦਿਨਾਂ ਦਾ, ਫਿਰ ਉਸ ਤੋਂ ਬਾਅਦ ਮਹੀਨਾ ਬਣ ਜਾਂਦਾ, ਫਿਰ ਸਾਲ ਬਣ ਜਾਂਦੇ ਨੇ। ਭਾਵ ਵੱਡੀ ਇਕਾਈ ਜਿਹੜੀ ਉਹ ਸਮੇਂ ਦੀ ਮਾਪਦੰਡ ਦੀ, ਉਹ ਇੱਕ ਸਾਲ ਨੂੰ ਮੰਨਿਆ ਗਿਆ। ਦੇਖੋ ਸਤਿਗੁਰੂ ਜੀ ਨੇ ਸਾਨੂੰ ਬਾਣੀ ਵਿੱਚ ਸਮਝਾਇਆ ਕਿ ਤੈਨੂੰ ਇਹ ਸਰੀਰ ਕਾਹਦੇ ਵਾਸਤੇ ਮਿਲਿਆ। ਜੇ ਤੇ ਉਸ ਪਾਸੇ ਤੁਰਦਾ ਫਿਰ ਤਾਂ ਬੜੀ ਵਧੀਆ ਗੱਲ ਹੈ, ਭਈ ਪ੍ਰਾਪਤ ਮਾਨਵੀ ਸਾਲ ਮੰਨ। ਇਸ ਪਾਸੇ ਨੂੰ ਤੁਰਨ ਦਾ ਕਿੰਨਾ ਕੁ ਯਤਨ ਕੀਤਾ, ਕਿੰਨਾ ਕੁ ਆਰੰਭਤਾ ਹੋਈ ਹੈ, ਅਫਸੋਸ ਦੀ ਗੱਲ ਹੈ, ਉਮਰ ਘਟੀ ਹੈ। ਤੇ ਇੱਕ ਸਾਲ ਕਹਿਣ ਤੋਂ ਭਾਵ ਵਿਅਰਥ ਚਲਾ ਗਿਆ ਜੇ ਤੂੰ ਇਸ ਪਾਸੇ ਨਹੀਂ ਆਇਆ, ਇਸ ਪਾਸੇ ਨੂੰ ਜੇ ਤੂੰ ਨਹੀਂ ਮਿਲੇ ਅੰਦਾਜ਼ੇ ਨੇ। ਤਾਂ ਸਤਿਗੁਰੂ ਜੀ ਨੇ ਵੀ ਲਿਖੀ ਇਹ ਗੱਲ। ਸਤਿਗੁਰੂ ਜੀ ਕਹਿੰਦੇ ਜਾ ਕਰਤਾ ਸੱਚੀ ਕੋ ਸਾਜੇ ਆਪੇ ਜਾਣੇ ਸੋਈ, ਦਿਨ ਰਾਤੀ ਜਿੰਨ ਬਣਾਈਆਂ। ਬਾਣੀ ਵਿੱਚ ਸਤਿਗੁਰੂ ਜੀ ਕਹਿੰਦੇ ਜਿਹਨੇ ਦਿਨ ਰਾਤ ਬਣਾਏ ਨੇ ਉਹ ਮਾਲਕ ਵਾਹਿਗੁਰੂ ਪਰਮਾਤਮਾ ਇਸ ਚੀਜ਼ ਨੂੰ ਜਾਣ ਸਕਦਾ। ਤੇ ਅਸੀਂ ਕੀ ਕਰਦੇ ਹਾਂ, ਅਸੀਂ ਤੇ ਕੇਵਲ ਇੱਕ ਗਿਣਤੀ ਮਿਣਤੀ ਦੇ ਹਿਸਾਬ ਨਾਲ ਚੱਲ ਕੇ ਹੀ, ਪਰ ਪਿਆਰੋ ਜਿਹੜਾ ਸਾਡਾ ਤਰੀਕਾ ਉਹ ਅਸੀਂ ਬੜੇ ਹੋਰ ਪਾਸੇ ਨੂੰ ਜਾ ਰਹੇ ਹਾਂ। ਇਸ ਪਾਸੇ ਸਾਡਾ ਚਿੰਤਨ ਨਹੀਂ ਹੁੰਦਾ ਕਿ ਅਸੀਂ ਕਿੰਨਾ ਕੁਝ ਗਵਾ ਲਿਆ। ਹੁਣ ਜੇ ਅਸੀਂ ਨਾ ਬਦਲੇ, ਸਾਲ ਤੇ ਚਲੋ ਬਦਲ ਗਿਆ, ਆਪਾਂ ਕਹਿੰਦਾ ਵੀ ਪਹਿਲਾਂ 20 ਸੀ ਹੁਣ 21 ਆ ਗਿਆ, ਤੇ ਜੇ ਸਾਡਾ ਜੀਵਨ ਨਹੀਂ ਬਦਲਿਆ 22 ਆ ਗਿਆ, 21 ਲੰਘ ਗਿਆ 22 ਆ ਗਿਆ, ਤੇ ਫਿਰ ਪਿਆਰਿਓ ਜੇ ਸਾਡਾ ਜੀਵਨ ਨਹੀਂ ਬਦਲਿਆ, ਸਾਲ ਬਦਲੇ ਨਾ ਕੀ ਹੋ ਜੂਗਾ। ਇਹ ਤਾਂ ਉਹ ਗੱਲ ਹੋ ਗਈ ਵੀ ਗੱਡੀ ਦੀ ਕੱਲੀ ਬਾਡੀ ਬਦਲਤੀ, ਇੰਜਣ ਹੋ ਗਈ ਹੈ। ਭਾਵ ਕਿ ਸਾਡੇ ਸਰੀਰ ਦੇ ਉੱਤੇ ਸਮੇਂ ਨਾਲ ਕੁਝ ਬਦਲਾਅ ਆ ਗਿਆ, ਉਮਰ ਵੱਧ ਗਈ, ਪਰ ਸਾਡਾ ਮਨ ਤਾਂ ਉਹੀ ਆ ਨਾ, ਉਹਦੇ ਵਿੱਚ ਬੁਰਾਈਆਂ ਨੇ, ਵਿਸ਼ੇ ਵਿਕਾਰ ਨੇ, ਉਸੇ ਤਰ੍ਹਾਂ ਦਾ ਤਾਂ ਜੀਵਨ ਹੈ। ਬਦਲਿਆ ਫਿਰ ਕੀ, ਜੇ ਸਾਲ ਬਦਲਿਆ ਤੇ ਆਪਣੇ ਆਪ ਨੂੰ ਬਦਲਣ ਦਾ ਵੀ ਅਸੀਂ ਯਤਨ ਕਰੀਏ। ਤੇ ਐਸੀ ਗੱਲ ਨਹੀਂ ਵੀ ਬੰਦਾ ਬਦਲਦਾ ਨਹੀਂ। ਹੁਣ ਬਹੁਤਿਆਂ ਦਾ ਇਹ ਖਿਆਲ ਹੈ, ਅਗਲਾ ਕਹਿੰਦਾ ਵੀ ਜੇ ਐ ਕਿਵੇਂ ਹੋ ਸਕਦਾ। ਬਹੁਤੇ ਤਾਂ ਇਸ ਤਰੀਕੇ ਆਉਂਦੇ ਨਹੀਂ ਗੁਰੂ ਕੋਲੇ ਵੀ ਅਸੀਂ ਆਪਣੇ ਆਪ ਨੂੰ ਬਦਲਣਾ। ਉਹਦੇ ਬਸ ਆਪਣੇ ਹਿਸਾਬ ਨਾਲ ਆਉਂਦੇ ਨੇ ਜੀ, ਸਾਡੀਆਂ ਮੰਗਾਂ ਨੇ, ਆਹ ਐ ਹੋਣਾ ਚਾਹੀਦਾ, ਐ ਹੋਣਾ ਚਾਹੀਦਾ, ਐਂ ਮੁੜ ਜਾਂਦੇ। ਅਸਲ ਵਿੱਚ ਗੁਰਬਾਣੀ ਸਾਡੇ ਜੀਵਨ ਨੂੰ ਬਦਲਦੀ ਹੈ। ਜਦੋਂ ਅਸੀਂ ਇਹਨੂੰ ਸੁਣਾਂਗੇ ਧਿਆਨ ਦੇ ਨਾਲ, ਇਹਨੂੰ ਸਮਝਾਂਗੇ, ਫਿਰ ਸਾਡਾ ਜੀਵਨ ਪਲਟਾ ਖਾਵੇਗਾ, ਸਾਡਾ ਜੀਵਨ ਬਦਲੇਗਾ। ਤਾਂ ਹੁਣ ਪਿਆਰਿਓ, ਬੰਦਾ ਇਹ ਗੱਲ ਕਹਿੰਦਾ ਵੀ ਇਹ ਤਾਂ ਸਮਾਂ ਹੀ ਥੋੜਾ ਜਿਹਾ, ਜੇ ਸਮਾਂ ਕੀ ਹੈ।
ਹੁਣ ਸਾਡਾ ਫਰਜ਼ ਬਣਦਾ ਵੀ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਅਸੀਂ ਸੰਭਾਲਣ ਦਾ ਯਤਨ ਕਰੀਏ। ਸਮਾਂ ਲੰਘ ਜਾਂਦਾ ਹੈ, ਬੰਦਾ ਇੱਥੇ ਸੋਚਦਾ ਰਹਿੰਦਾ ਇਹ ਨਹੀਂ ਜੀ ਹੋ ਸਕਦਾ, ਇਹ ਕਿਵੇਂ ਹੋ ਸਕਦਾ ਹੈ। ਜਵਾਨੀ ਪਹਿਲੇ ਹੁੰਦਾ ਬੰਦਾ ਇਹ ਕਹਿੰਦਾ ਇਹ ਕਿਵੇਂ ਜੀਵਨ ਬਦਲ ਸਕਦਾ, ਇਹ ਨਹੀਂ ਜੀਵਨ ਬਦਲ ਸਕਦਾ। ਉਹ ਦੁਨੀਆ ਵੱਲ ਦੇਖਦਾ ਹੈ, ਪਰ ਸਿੱਖ ਨੇ ਗੁਰੂ ਵੱਲ ਦੇਖਣਾ। ਤਾਂ ਹੁਣ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰੀਏ। ਚਲੋ ਮਾਲਕ ਵਾਹਿਗੁਰੂ ਪਰਮਾਤਮਾ ਨੇ ਰਹਿਮਤ ਬਖਸ਼ਿਸ਼ ਕੀਤੀ ਹੈ, ਸਤਿਗੁਰੂ ਨਾਨਕ ਦੇਵ ਆਪ ਉਪਾਇਆ। ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਉਸ ਮਾਲਕ ਵਾਹਿਗੁਰੂ ਨੇ ਮੱਤ ਸਮੱਤ ਦੇ ਕੇ ਧੁਰੋਂ ਹੀ ਥਾਪ ਕੇ ਭੇਜਿਆ। ਪਰ ਹੁਣ ਦੇਖੋ ਛੋਟੀ ਉਮਰ ਦੇ ਵਿੱਚ ਜਾਂਦੇ ਨੇ, ਪੜ੍ਹਨ ਤੇ ਪੜ੍ਹਾ ਕੇ ਆਉਂਦੇ ਨੇ, ਜਿਵੇਂ ਦੁਨਿਆਵੀ ਵਿੱਦਿਆ ਲੈਣ ਜਾਂਦੇ ਨੇ, ਗੋਪਾਲਪਨ ਦੇਖੋ, ਫਿਰ ਸੰਸਕ੍ਰਿਤ ਦੀ ਵਿੱਦਿਆ ਲੈਣ ਜਾਂਦੇ ਨੇ ਤੇ ਉੱਥੇ ਵੀ ਪੜ੍ਹਾ ਕੇ ਆਉਂਦੇ ਨੇ। ਭਾਵ ਜੇ ਦੁਨਿਆਵੀ ਪੜ੍ਹਾਈ ਪੜ੍ਹਦੇ ਨੇ ਤੇ ਤਾਂ ਵੀ ਪੜ੍ਹਾ ਕੇ ਆਉਂਦੇ ਨੇ, ਤੇ ਜੇ ਧਰਮ ਦੀ ਵਿੱਦਿਆ ਪੜ੍ਹਦੇ ਨੇ ਤਾਂ ਵੀ ਪੜ੍ਹਾ ਕੇ ਆਉਂਦੇ। ਹੁਣ ਬੰਦਾ ਇਹ ਗੱਲ ਸੋਚਦਾ ਵੀ ਇਹ ਕਿਵੇਂ ਹੋ ਸਕਦਾ ਵੀ ਉਹ ਤੇ ਧੁਰੋਂ ਗੁਰੂ ਸਨ। ਇਹ ਗੱਲ ਚੱਲ ਆਪਾਂ ਮੰਨ ਲੈਂਦੇ ਵੀ ਧੁਰੋਂ ਗੁਰੂ ਸਨ। ਹੁਣ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਦੀ ਦੇਵੀ ਦੇ ਪੁਜਾਰੀ ਸਨ, ਵੈਸ਼ਨੂ ਦੇਵੀ ਦੇ ਉਪਾਸਕ ਸਨ। ਉਹਨਾਂ ਨੇ ਹਰ ਸਾਲ ਆਪਣਾ ਸੰਗ ਲੈ ਕੇ ਜਾਣਾ, ਉਹਨਾਂ ਦੇ ਨਾਲ ਉਸੇ ਤਰ੍ਹਾਂ ਪੈਰਾਂ ਨੂੰ ਘੁੰਗਰੂ ਬੰਨ੍ਹ ਕੇ ਨੱਚਣਾ ਟੱਪਣਾ ਗਾਉਣਾ। ਤੇ ਉਮਰ ਕਿੰਨੀ ਕੁ ਹੈ ਜੀ? ਜਦੋਂ ਆਪਾਂ ਪੜ੍ਹਦੇ ਹਾਂ 1539 ਦੇ ਵਿੱਚ ਉਹਨਾਂ ਨੂੰ ਗੱਦੀ ਮਿਲਦੀ ਸਾਲ ਇਹ ਆ, ਪਰ ਉਹਨਾਂ ਦਾ ਜੀਵਨ ਵੀ ਬਦਲ ਗਿਆ। ਪਰ ਸਾਡੇ ਜੀਵਨ ਦੇ ਪਤਾ ਨਹੀਂ ਕਿੰਨੇ ਸਾਲ ਬਦਲ ਗਏ, ਸਾਡਾ ਜੀਵਨ ਨਹੀਂ ਬਦਲਿਆ। ਅਸੀਂ ਤੇ ਆਪਣੀ ਮੱਤ, ਸਾਡੇ ਕੋਲੇ ਜੋ ਹੈਗਾ ਉਹੀ ਹੰਕਾਰ ਈਰਖਾ ਉਹੀ ਅਸੀਂ ਚੱਕੀ ਫਿਰਦੇ, ਅਸੀਂ ਨਹੀਂ ਸੁਣਦੇ ਗੁਰੂ ਦੀ ਗੱਲਬਾਤ। ਤਾਂ ਹੁਣ ਪਿਆਰਿਓ, ਇਸੇ ਤਰ੍ਹਾਂ ਜਦੋਂ ਆਪਾਂ ਤੀਜੇ ਪਾਤਸ਼ਾਹ ਦੀ ਗੱਲ ਕਰਦੇ ਹਾਂ ਉਹ ਵਡੇਰੀ ਉਮਰ ਦੀ ਗੱਲ ਹੈ ਚਲੋ, ਪਰ ਜਦੋਂ ਆਪਾਂ ਚੌਥੇ ਪਾਤਸ਼ਾਹ ਦੀ ਗੱਲ ਕਰਦੇ ਉਹਨਾਂ ਦੀ ਉਮਰ ਹੈ ਸਿਰਫ 40 ਸਾਲ। ਤੇ 40 ਸਾਲ ਤੇ ਵੀ ਬੰਦਾ ਇਹ ਵੀ ਕਹਿੰਦਾ ਵੀ ਉਮਰ ਕੀ ਹੈ ਜੀ, ਅਜੇ ਤਾਂ ਖਾਣ ਪੀਣ ਦੇ ਦਿਨ ਨੇ। ਤੇ ਇਸੇ ਤਰ੍ਹਾਂ ਹੀ ਉਮਰਾਂ ਸਾਡੀਆਂ ਲੰਘਦੀਆਂ ਜਾਂਦੀਆਂ। ਜਿਹੜਾ ਆ ਸਾਲ ਲੰਘ ਗਿਆ, 21 ਲੰਘ ਗਿਆ ਹੁਣ, ਤੇ ਕਿਸੇ ਦੀ ਉਮਰ ਇੱਥੇ 20 ਸਾਲ ਦੀ ਹੋ ਜਾਣੀ, ਕਿਸੇ ਦੀ 18 ਦੀ ਹੋ ਜਾਣੀ ਹੈ, ਕਿਸੇ ਦੀ 11 ਸਾਲ ਦੀ ਹੋ ਜਾਣੀ, ਕਿਸੇ ਦੀ 35 ਦੀ, ਕਿਸੇ ਦੀ 40 ਦੀ ਹੋ ਜਾਣੀ ਹੈ, ਕਿਸੇ ਦੀ ਉਮਰ 14 ਸਾਲ ਦੀ ਹੋ ਜਾਣੀ, ਕਿਸੇ ਦੀ ਉਮਰ 9 ਸਾਲ ਦੀ ਹੋ ਜਾਣੀ। ਪਰ ਪਿਆਰਿਓ, ਬਦਲਾ ਸਤਿਗੁਰੂ ਜੀ ਸਾਨੂੰ ਇਹ ਦੇਖੋ 12 ਮਾਹਾਂ ਦਾ ਪਾਠ ਕਰਦੇ ਸੰਗਰਾਂਦ ਤੇ, ਉਹਦਾ ਭਾਵ ਇਹੀ ਹੈ ਵੀ ਮਹੀਨੇ ਬਦਲਦੇ ਨੇ, ਤੇਰਾ ਜੀਵਨ ਵੀ ਬਦਲੇ। ਮਹੀਨੇ ਬਦਲ ਜਾਂਦੇ ਨੇ, ਰੁੱਤਾਂ ਬਦਲ ਜਾਂਦੀਆਂ ਨੇ, ਸਾਰੀ ਸ੍ਰਿਸ਼ਟੀ ਬਦਲ ਜਾਂਦੀ ਹੈ, ਤੇਰਾ ਮਨ ਵੀ ਬਦਲੇ, ਤੇਰਾ ਮਨ ਤਾਂ ਕਠੋਰ ਹੈ। ਤਾਂ ਹੁਣ ਸਤਿਗੁਰੂ ਜੀ ਨੇ ਇਹ ਵੀ ਸਾਨੂੰ ਬਾਣੀ ਦੇ ਵਿੱਚ 18 ਸਾਲ, ਜੇ ਇਹ ਗੱਦੀ ਕੋਈ ਜੱਦੀ ਪੁਸ਼ਤੀ ਹੁੰਦੀ ਨਾ ਤੇ ਪਿਰਥੀ ਤਾਂ ਵੱਡਾ ਗੁਰੂ ਨੂੰ ਮਿਲ ਜਾਣੀ ਸੀ। ਪਰ ਨਹੀਂ, ਜਿਨ੍ਹਾਂ ਨੇ ਜੀਵਨ ਬਦਲਿਆ, ਇਸ ਪਾਸੇ ਆਏ, ਤੇ ਉਹਨਾਂ ਦਾ ਜੀਵਨ ਸੀ ਜਿਹੜਾ ਉਹ ਸਫਲਤਾ ਵਾਲੇ ਪਾਸੇ ਗਿਆ। ਛੇਵੇਂ ਪਾਤਸ਼ਾਹ ਦੀ ਉਮਰ ਤੁਸੀਂ ਦੇਖ ਲਓ ਕਿੰਨੀ ਕੀ ਕਰ ਸਕਦੇ ਹੋ। ਇਹਦੇ ਵਿੱਚ ਕਸੂਰਵਾਰ ਅਸੀਂ ਵੀ ਨਹੀਂ ਜਾਵਾਂਗੇ, ਕਿਉਂਕਿ ਬੱਚਾ ਪੂਰੇ ਕਾਰਜ ਵਰਗਾ ਹੁੰਦਾ, ਤੁਸੀਂ ਲਾਓਗੇ ਤੇ ਲੱਗ ਜਾਓਗੇ। ਗੁਰੂ ਸਾਹਿਬਾਨ ਨੇ ਸਿੱਖਿਆ ਦਿੱਤੀ, ਮਾਤਾ ਸਾਹਿਬਾਨਾਂ ਨੇ ਪਾਲਿਆ, ਗੁਰਮਤਿ ਦੀ ਸੋਝੀ ਦਿੱਤੀ। ਤੇ ਛੇਵੇਂ ਪਾਤਸ਼ਾਹ ਦੀ ਉਮਰ ਹੈ 11 ਸਾਲ ਦੀ, ਜਦੋਂ ਗੁਰਤਾ ਗੱਦੀ ਤੇ ਬੈਠਦੇ। ਤੇ ਇਸੇ ਤਰ੍ਹਾਂ ਸੱਤਵੇਂ ਪਾਤਸ਼ਾਹ ਦੀ ਉਮਰ ਲਾ ਲਓ ਤੁਸੀਂ, 14 ਸਾਲ ਦੀ ਉਮਰ ਬਣਦੀ ਹੈ। ਤੇ 8ਵੇਂ ਪਾਤਸ਼ਾਹ ਦੀ ਉਮਰ ਤਾਂ ਸਿਰਫ ਹੈ ਹੀ 5 ਸਾਲ ਦੀ। ਜੀਵਨ ਬਦਲਿਆ ਜਾ ਸਕਦਾ, ਪਰ ਜੇ ਅਸੀਂ ਬਦਲਣ ਦਾ ਯਤਨ ਕਰੀਏ, ਇਕੱਲੇ ਸਾਲ ਬਦਲਣ ਦੇ ਨਾਲ ਕੁਝ ਨਹੀਂ ਹੋਵੇਗਾ। ਸਗੋਂ ਸਮੇਂ ਦੇ ਨਾਲ ਨਾਲ ਜਿਵੇਂ ਜਿਵੇਂ ਸਮਾਂ ਬਦਲ ਜਾਂਦਾ, ਗਿਰਾਵਟ ਆਉਂਦੀ ਜਾਂਦੀ ਦੁਨੀਆ ਵਿੱਚ, ਬੇਈਮਾਨੀ, ਠੱਗੀ, ਧੋਖਾ, ਇਹ ਚੀਜ਼ਾਂ ਵੱਧਦੀਆਂ ਜਾਂਦੀਆਂ ਨੇ। ਸਮਾਜ ਨੂੰ ਬਦਲਣਾ ਸੀ, ਆਪਣੇ ਆਪ ਨੂੰ ਬਦਲਣਾ ਸੀ, ਤੇ ਬੰਦਾ ਇਕੱਲਾ ਕੈਲੰਡਰ ਬਦਲ ਕੇ ਨਾ, ਕੰਧ ਤੇ ਲੱਗਿਆ ਕੈਲੰਡਰ ਬਦਲ ਕੇ, ਉਸੇ ਨੂੰ ਬਦਲ ਕੇ ਖੁਸ਼ ਹੋਈ ਜਾਂਦਾ ਵੀ ਠੀਕ ਆ ਜੀ ਸਾਲ ਬਦਲ ਗਿਆ। ਹੁਣ ਕਈ ਵਾਰ ਅਸੀਂ ਕਹਿੰਦੇ ਜੀ ਉਹਦਾ ਬਾਪ ਹੈ ਉਸ ਵੇਲੇ ਦਾ, ਉਹ ਇੱਕ ਬ੍ਰਾਹਮਣ ਦੀ ਪਤਨੀ ਨੂੰ ਚੁੱਕ ਕੇ ਲੈ ਕੇ ਜਾਂਦਾ ਤੇ ਬਾਬਾ ਅਜੀਤ ਸਿੰਘ ਜੀ ਛੁਡਾ ਕੇ ਲਿਆਉਂਦੇ ਨੇ। ਉਸ ਵੇਲੇ ਉਹਨਾਂ ਦੀ ਉਮਰ 14 ਸਾਲ ਦੀ ਹੈ। ਭਾਵ ਸਿੱਖਿਆ ਨਾਲ ਜੀਵਨ ਬਦਲ ਜਾਂਦਾ ਹੈ। ਜਿਹੜੇ ਬੱਚੇ ਬੱਚੀਆਂ ਦਾ ਖਤਰਾ ਹੋ ਜਾਂਦਾ ਵੀ ਜਵਾਨੀ ਪਹਿਰੇ ਹੋ ਗਏ ਨੇ ਜੀ, ਹੁਣ ਮਾਂ-ਬਾਪ ਇਹਨਾਂ ਦੀ ਰਾਖੀ ਕਰੇ, ਆਪਣੇ ਫਰਜ਼ ਸਮਝੇ, ਇਹਨਾਂ ਦੀ ਸਾਂਭ ਸੰਭਾਲ ਕਰੇ, ਤੇ ਜੇ ਗੁਰੂ ਦੀ ਸਿੱਖਿਆ ਪੱਲੇ ਹੋਵੇ, ਜੀਵਨ ਇੰਨਾ ਹੀ ਬਦਲ ਜਾਂਦਾ। ਫਿਰ ਉਹ ਆਪੇ ਹੀ ਆਪਣੇ ਫਰਜ਼ਾਂ ਨੂੰ ਨਿਭਾਉਂਦੇ ਨੇ, ਜਿਵੇਂ ਬਾਬਾ ਅਜੀਤ ਸਿੰਘ ਨੇ ਨਿਭਾਏ। ਤਾਂ ਪਿਆਰਿਓ, ਬੜਾ ਇਹੋ ਜਿਹਾ ਕੁਝ ਮੇਨ ਗੱਲ ਜਿਹੜੀ ਆਪਾਂ ਕਰੀਏ, ਸਾਲ ਬੜੇ ਬਦਲ ਗਏ ਨੇ, ਪਰ ਆਪਣੇ ਜੀਵਨ ਨੂੰ ਬਦਲ ਗਏ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਨਾ, ਇਹਦੀ ਵਿਚਾਰਧਾਰਾ ਨੂੰ ਅਪਣਾਈਏ। ਸਤਿਗੁਰੂ ਜੀ ਨੇ ਬਾਣੀ ਵਿੱਚ ਇਹ ਗੱਲ ਕਹੀ ਹੈ, ਸਤਿਗੁਰੂ ਜੀ ਕਹਿੰਦੇ 100 ਦਿਨ ਸਫਲ ਗਣਿਆ
ਜਿਤ ਪ੍ਰਭੂ ਮਿਲਾਇਆ ਰਾਮ। ਕਹਿੰਦੇ ਬਸ ਉਹੀ ਦਿਨ ਤੇਰਾ ਸਫਲਾ ਗਿਣਿਆ ਜਾਣਾ ਹੈ ਜਦੋਂ ਤੇਰਾ ਪ੍ਰਮਾਤਮਾ ਨਾਲ ਮਿਲਾਪ ਹੋ ਗਿਆ, ਤੇਰੀ ਉਸ ਮਾਲਕ ਨਾਲ ਸਾਂਝ ਬਣ ਗਈ। ਸਭ ਸੁਖ ਪ੍ਰਗਟਿਆ ਦੁੱਖ ਦੂਰ ਪਰਾਇਆ ਰਾਮ। ਭਾਵ ਕਿ ਸਾਰਾ ਦੁੱਖ ਜਿਹੜਾ ਉਹ ਦੂਰ ਹੋ ਜਾਣਾ। ਤੇ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਦੀ ਆਪਾਂ ਗੱਲ ਕਰਦੇ ਹਾਂ ਵੀ ਉਹਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਗੁਰੂ ਦੀ ਸਿੱਖਿਆ ਨਾਲ ਉਹਦਾ ਜੀਵਨ ਬਦਲਿਆ ਕਿ ਨਹੀਂ ਬਦਲਿਆ? ਉਹ ਵੀ ਪਹਿਲਾਂ ਇੱਕ ਥਾਂ ਬੈਠਾ ਕਹਿੰਦੇ ਮੈਂ ਭਗਤੀ ਕਰਦਾ, ਮਾਲਾ ਫੇਰ ਲਈਆਂ, ਮੇਰੇ ਪਾਸ ਰਿੱਧੀਆਂ ਸਿੱਧੀਆਂ ਹੋ ਗਈਆਂ, ਇੱਕ ਥਾਂ ਹੀ ਬੈਠਾ ਸੀ। ਪਰ ਜਦੋਂ ਗੁਰੂ ਦੀ ਸੰਗਤ ਕੀਤੀ, ਗੁਰੂ ਦੀ ਸੰਗਤ ਨਾਲ ਜੀਵਨ ਬਦਲ ਗਿਆ। ਜਿਹੜਾ ਹੱਥ ਕਦੇ ਮਾਲਾ ਫੜ ਕੇ ਬੈਠਾ ਹੀ ਨਾ, ਉਸੇ ਹੱਥ ਦੇ ਵਿੱਚ ਹੁਣ ਤਲਵਾਰ ਹੈ, ਉਸੇ ਹੱਥ ਦੇ ਵਿੱਚ ਹੁਣ ਤੀਰ ਕਮਾਨ ਨੇ। ਤੇ ਉੱਥੋਂ ਫਿਰ ਜਦੋਂ ਉਹ ਚੱਲਿਆ ਨੰਦੇੜ ਤੋਂ, ਸਤਿਗੁਰੂ ਜੀ ਨੇ 5 ਤੀਰ ਦਿੱਤੇ ਸਨ ਤੇ 5 ਸਿੰਘ ਸਨ ਉਹਦੇ ਨਾਲ। ਬਾਕੀ ਸਾਰੇ ਸਿੰਘ ਜਿਹੜੇ ਰਲੇ ਨੇ ਉਹ ਰਸਤੇ ਵਿੱਚੋਂ ਆਉਂਦੇ ਆਉਂਦੇ ਤੇ ਪੰਜਾਬ ਵਿੱਚੋਂ ਜਦੋਂ ਉਹਨੇ ਹੋਕਾ ਮਾਰਿਆ ਨਾ ਗੁਰੂ ਦਾ ਦਿੱਤਾ, ਕਈ ਕਹਿੰਦੇ ਨਾ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਦੇ ਬਚਨਾਂ ਤੇ ਨਹੀਂ ਰਿਹਾ ਜੀ, ਉਹਨੇ ਵਿਆਹ ਕਰਾ ਲਿਆ ਜੀ। ਇਹ ਨਾ ਉਹਨਾਂ ਦੁਸ਼ਟ ਲੋਕਾਂ ਦੇ ਕੰਮ ਨੇ ਜਿਹੜਿਆਂ ਨੇ ਇਹ ਗੱਲ ਪ੍ਰਚਾਰੀ ਕਿ ਬਾਬੇ ਤਾਂ ਵਿਆਹ ਨਹੀਂ ਕਰਾਉਂਦੇ ਜੀ, ਬਾਬੇ ਨੇ ਤਾਂ ਵਿਆਹ ਨਹੀਂ ਕਰਾਇਆ, ਬਾਬੇ ਤਾਂ ਇਸਤਰੀ ਨੂੰ ਮੱਥੇ ਨਹੀਂ ਲਾਉਂਦੇ। ਇਹ ਉਹਨਾਂ ਲੋਕਾਂ ਦੇ ਕੰਮ ਨੇ। ਜਿਹੜੇ ਗੁਰੂ ਸਾਹਿਬ ਆਪ ਪਰਿਵਾਰ ਵਾਲੇ ਨੇ, ਬਾਲ ਬੱਚੇ ਵਾਲੇ ਨੇ, ਉਹ ਕਿਸੇ ਦੂਜੇ ਨੂੰ ਕਿਉਂ ਕਹਿਣਗੇ ਵੀ ਤੂੰ ਵਿਆਹ ਨਾ ਕਰਾਈ? ਗਲਤ ਵਿਚਾਰਧਾਰਾ ਥੋਪੀ ਹੈ। ਉਹਨੇ ਜਿਵੇਂ ਕਹਿੰਦੇ ਉਹਨੇ ਨਾਰਾ ਬਦਲਤਾ ਜੀ, ਉਹਨੇ ਗੁਰੂ ਫਤਿਹ ਬਦਲਤੀ ਜੀ, ਉਹਨੇ ਆਪਣਾ ਨਾਰਾ ਦਿੱਤਾ ਫਤਿਹ ਦਰਸ਼ਨ ਕਹਿਣ ਲੱਗ ਗਿਆ ਜੀ। ਇੱਦਾਂ ਗੁਰੂ ਬਚਨਾਂ ਤੋਂ ਭਗੌੜਾ, ਇੱਦਾਂ ਉਹਨੇ ਕੁਝ ਨਹੀਂ ਕੀਤਾ। ਉਹਨੇ ਜੋ ਕੁਝ ਕੀਤਾ ਗੁਰੂ ਦੇ ਬਚਨਾਂ ਅਨੁਸਾਰ ਕੀਤਾ। ਤੇ ਆ ਕੇ ਉਹਨੇ ਇੱਕ ਨਾਰਾ ਦਿੱਤਾ ਸੀ ਕਿ ਤੁਹਾਨੂੰ ਜਿੱਥੇ ਗੁਰੂ ਦੇ ਬੱਚੇ ਸ਼ਹੀਦ ਕੀਤੇ ਗਏ ਨੇ ਉਹ ਸਰਹੰਦ ਉਡੀਕਦੀ ਏ, ਤੁਹਾਨੂੰ ਚਮਕੌਰ ਉਡੀਕਦਾ ਹੈ। ਤਾਂ ਪਿਆਰਿਓ ਫਿਰ ਇਸੇ ਨਾਂ ਤੇ ਸਾਰੇ ਜਿਹੜੇ ਪੰਜਾਬ ਦੇ ਵਿੱਚ ਸਿੰਘ ਸਨ ਉਹ ਫਿਰ ਸਾਰੇ ਇਕੱਠੇ ਹੋਏ ਸਨ। ਤੇ ਸਭ ਤੋਂ ਪਹਿਲਾਂ ਜਿਹੜਾ ਹੱਲਾ ਕੀਤਾ ਉਹ ਸਮਾਣੇ ਤੇ ਕੀਤਾ। ਉਹਨਾਂ ਨੇ ਸਮਾਣੇ ਦੇ ਹਾਕਮ ਜਿਹੜੇ ਸਨ ਉਹਨਾਂ ਨੂੰ ਸੋਧਾ ਲਾਇਆ ਤੇ ਉੱਥੇ ਜਾ ਕੇ ਫਿਰ ਉਹਨਾਂ ਨੇ ਜਿਹੜਾ ਜਗੀਰਦਾਰੀ ਸਿਸਟਮ ਸੀ ਨਾ ਉਹ ਤੋੜਿਆ। ਉੱਥੇ ਭਾਈ ਫਤਿਹ ਸਿੰਘ ਨੂੰ ਉੱਥੋਂ ਦਾ ਆਪਾਂ ਕਹਿ ਲਓ ਵੀ ਉਸ ਏਰੀਏ ਦਾ ਨਵਾਬ ਥਾਪ ਦਿੱਤਾ, ਉਸ ਏਰੀਏ ਦਾ ਮੁਖੀ ਥਾਪ ਦਿੱਤਾ। ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਗੱਲ ਕਹੀ ਸੀ ਕਿ ਤੁਹਾਡੇ ਕੋਲ ਕਿੰਨੀਆਂ ਕਿੰਨੀਆਂ ਜ਼ਮੀਨਾਂ ਨੇ? ਉਹ ਕਹਿੰਦੇ ਸਾਡੇ ਕੋਲ ਕੋਈ ਜ਼ਮੀਨ ਨਹੀਂ। ਉਹ ਕਹਿੰਦਾ ਤੁਸੀਂ ਕਿੰਨੀ ਕਿੰਨੀ ਜ਼ਮੀਨ ਵਾਹੁੰਦੇ ਹੋ? ਕਿਸੇ ਨੇ ਦੱਸਿਆ ਜੀ ਮੈਂ 2 ਕਿੱਲੇ ਵਾਹੁਣਾ, ਦੂਜਾ ਕਹਿੰਦਾ ਮੈਂ 4 ਕਿੱਲੇ ਵਾਹੁਣਾ, 5 ਕਿੱਲੇ ਵਾਹੁਣਾ, ਇੱਦਾਂ ਦੱਸਿਆ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਸੀ, ਉਹ ਕਹਿੰਦਾ ਫਿਰ ਅੱਜ ਤੋਂ ਤੁਸੀਂ ਮਾਲਕ ਹੋ ਇਹਨਾਂ ਜ਼ਮੀਨਾਂ ਦੇ। ਉਹਨਾਂ ਲੋਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਤੇ ਨਹੀਂ ਤਾਂ ਪਿਆਰਿਓ ਪਹਿਲਾਂ ਜਗੀਰਦਾਰੀ ਸਿਸਟਮ ਸੀ, ਬਸ ਜਿੰਨੇ ਵੀ ਭਾਰਤ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕ ਸੀ ਨਾ ਉਹ ਮਜਾਰੇ ਸਨ। ਤੇ ਜ਼ਮੀਨਾਂ ਕੇਵਲ ਕੁਲੀਨ ਵਰਗ ਦੇ ਲੋਕਾਂ ਕੋਲੇ, ਉੱਚ ਜਾਤੀ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਸਨ ਉਹ ਮਾਲਕ ਸਨ ਤੇ ਬਾਕੀ ਸਾਰੇ ਬਸ ਮਜਾਰੇ ਸਨ। ਉਸ ਵੇਲੇ ਤੋਂ ਫਿਰ ਭਾਈ ਫਤਿਹ ਸਿੰਘ ਨੇ ਜਿਹੜੀ ਇਹ ਜ਼ਿੰਮੇਵਾਰੀ ਬਾਬਾ ਜੀ ਨੇ ਦੇ ਕੇ ਕਹਿ ਦਿੱਤਾ ਕਿ ਜਿਹੜੇ ਵੀ ਲੋਕ ਨੇ ਜਿੰਨੀ ਜਿੰਨੀ ਜ਼ਮੀਨ ਵਾਹੁੰਦਾ ਇਹਨਾਂ ਦੀ ਮਾਲਕੀ, ਇਹਨਾਂ ਦੀ ਫਰਦ ਇਹਨਾਂ ਦੇ ਨਾਮ ਕਰ ਦੇ। ਤੇ ਇਤਿਹਾਸਕਾਰ ਲਿਖਦੇ ਨੇ ਇੱਕ ਦਿਨ ਦੇ ਵਿੱਚ ਨਾ 1000 ਮਲਕੀਅਤ ਵੰਡੀ ਜਾਂਦੀ ਸੀ। 1000 ਬੰਦੇ ਨੂੰ ਜ਼ਮੀਨ ਦੇ ਕਾਗਜ਼ ਬਣਾ ਕੇ ਦਿੱਤੇ ਜਾਂਦੇ ਸੀ ਕਿ ਜਾਓ ਤੁਸੀਂ ਅੱਜ ਤੋਂ ਜ਼ਮੀਨਾਂ ਦੇ ਮਾਲਕ ਹੋ। 1000 ਬੰਦੇ ਨੂੰ ਉਹ ਜ਼ਮੀਨਾਂ ਦੀ ਮਾਲਕੀ ਦਿੱਤੀ ਜਾਂਦੀ ਸੀ। ਤੇ ਫਿਰ ਵਿੱਚ ਹੁਣ ਕਈ ਆਕੜ ਵੀ ਜਾਂਦੇ ਜਿਹੜੇ ਜਗੀਰਦਾਰ ਕਹਿੰਦੇ ਸਾਡੇ ਕੋਲੇ ਜੀ ਪਾਵਰ ਹੈ, ਸਾਡੇ ਕੋਲੇ ਫੌਜ ਹੈ। ਫਿਰ ਸਿੰਘਾਂ ਨੇ ਗੁਰਮਤਾ ਪਾ ਕੇ ਜਿਹੜੇ ਕਹਿੰਦੇ ਸੀ ਨਾ ਅਸੀਂ ਨਹੀਂ ਕਬਜ਼ਾ ਛੱਡਦੇ, ਤੇ ਫਿਰ ਉਹਨਾਂ ਤੋਂ ਜਾ ਕੇ ਸਿੰਘਾਂ ਦੀ ਭਗਤੀ ਕੱਲੀਆਂ ਖੜਕਾ ਕੇ ਨਹੀਂ ਹੁੰਦੀ। ਕੱਲੀ ਰੱਬ ਦੀ ਭਗਤੀ ਕੱਲਿਆਂ ਮਾਲਾ ਫੇਰਾ ਨਹੀਂ ਹੁੰਦੀ। ਰੱਬ ਦੀ ਭਗਤੀ ਭੋਰਿਆਂ ਵਿੱਚ ਬਹਿ ਕੇ ਅੱਖਾਂ ਮੀਚਿਆ ਨਹੀਂ ਹੁੰਦੀ। ਸਤਿਗੁਰੂ ਜੀ ਕਹਿੰਦੇ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਜਿਹੜਾ ਹੱਕ ਸੱਚ ਦੀ ਕਮਾਈ ਕਰਦਾ ਨਾ, ਧਰਮ ਦੀ ਕਿਰਤ ਕਰਦਾ ਹੈ, ਉਸੇ ਨੂੰ ਹੀ ਇਹ ਰਾਹ ਦੀ ਸਮਝ ਆਵੇਗੀ। ਕਿਰਤ ਬਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ। ਭਾਈ ਗੁਰਦਾਸ ਜੀ ਦੀਆਂ ਵਾਰਾਂ। ਕਿਰਤ ਬਿਰਤ ਕਰ ਧਰਮ ਦੀ, ਲੈ ਪ੍ਰਸਾਦ ਆਣ ਵਰਤੰਦਾ, ਗੁਰ ਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ। ਵੰਡ ਛਕਣ ਦੀ ਭਾਵਨਾ। ਤੇ ਜਿਹੜਾ ਹੁਣ ਹੈ ਹੀ ਵਿਹਲਾ ਲੋਕਾਂ ਤੋਂ ਮੰਗ ਕੇ ਖਾਂਦਾ ਉਹ ਕਿਸੇ ਨੂੰ ਕੀ ਦੇ ਦੇਗਾ? ਉੱਥੋਂ ਇਹ ਵਿਚਾਰਧਾਰਾ ਤੁਰੀ ਪਿਆਰਿਓ। ਤੇ ਤੁਰਦੀ ਤੁਰਦੀ ਫਿਰ ਬਾਣੀ ਦੇ ਵਿੱਚ ਨਾ ਪਾਤਸ਼ਾਹ ਨੇ ਅਨੇਕਾਂ ਹੀ ਉਦਾਹਰਨਾਂ ਦਿੱਤੀਆਂ ਨੇ ਖੇਤੀ ਦੀਆਂ। ਇੱਕ ਤੇ ਜਿਵੇਂ ਆਪਾਂ ਉਹਨੇ ਸ਼ਬਦ ਪੜਿਆ, ਮਨ ਹਾੜੀ ਕਿਰਸਾਨੀ ਕਰਨੀ ਸ਼ਰਮ ਪਾਣੀ ਤਨ, ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਬੇਸ।
ਭਾਵ ਸਤਿਗੁਰੂ ਜੀ ਨੇ ਉਦਾਹਰਨਾਂ ਦੇ ਕੇ ਸਮਝਾਉਣਾ ਕੀਤਾ ਕਿ ਇੱਕ ਕਿਰਤੀ ਬੰਦਾ ਰੱਬ ਨਾਲ ਕਿਵੇਂ ਜੁੜ ਸਕਦਾ ਹੈ। ਉਹਦੀ ਉਦਾਹਰਨ ਜਿਹੜੀ ਸਤਿਗੁਰੂ ਜੀ ਨੇ ਖੇਤੀ ਵਿੱਚੋਂ ਹੀ ਦੇ ਦਿੱਤੀ। ਜਿਵੇਂ ਇੱਕ ਕਾਜੀ ਦੇ ਨਾਲ ਮੇਲ ਹੋਇਆ, ਉੱਥੇ ਸਤਿਗੁਰੂ ਜੀ ਨੇ ਕਾਜੀ ਨੂੰ ਵੀ ਇਹੀ ਆਖਿਆ, ਕਹਿੰਦੇ ਰੱਬ ਨੂੰ ਮਿਲਣਾ ਜਿਵੇਂ ਤੁਸੀਂ ਤੁਰੇ ਫਿਰਦੇ ਹੋ ਨਾ, ਮੁੱਲਾ ਮਨਾਰੇ ਕਿਹਾ ਚੜੇ ਸਾਈਂ ਨਾ ਬਹਿਰਾ, ਜਾਂ ਕਾਰਨ ਤੋਂ ਬਾਗ ਦੇ ਦਿਲ ਹੀ ਪੀਤਰ ਜੋਈ। ਜਿਵੇਂ ਤੁਸੀਂ ਤੁਰੇ ਫਿਰਦੇ ਹੋ ਨਾ ਵੀ ਰੱਬ ਕਿਤੇ ਦੂਰ ਰਹਿੰਦਾ, ਬਾਂਗਾਂ ਦਿੰਦੇ ਉੱਚੇ ਚੜ ਕੇ ਮਨਾਰਿਆਂ ਤੇ, ਇਦਾਂ ਥੋੜਾ ਕਿਤੇ ਰੱਬ ਮਿਲਣਾ। ਸ਼੍ਰੀ ਰਾਗ ਦੇ ਵਿੱਚ ਸ਼ਬਦ ਹੈ ਗੁਰੂ ਨਾਨਕ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਵ ਨਿਤ ਦੇ ਪਾਣੀ, ਹੋਏ ਕਿਰਸਾਨ ਇਮਾਨ ਜਮਾਏ ਦੇ, ਭੈਸ਼ਤ ਦੋਜਕ ਮੂੜੇ ਇਹ ਜਾਣੀ। ਕਹਿੰਦੇ ਜਿਵੇਂ ਕਿਸਾਨ ਖੇਤੀ ਕਰਦਾ ਹੁੰਦਾ ਨਾ, ਉਹਦੇ ਕੋਲੋਂ ਸਿੱਖਦਾ। ਕਹਿੰਦੇ ਬੱਤਰ ਬੜੀ ਜ਼ਰੂਰੀ ਹੈ, ਪੈਲੀ ਚੰਗੀ ਹੋਵੇ ਬੜੀ ਜ਼ਰੂਰੀ ਹੈ। ਜਦੋਂ ਕਿਸਾਨ ਦੇਖਦਾ ਕਿ ਕਿਹੜੀ ਪੈਲੀ ਵਿੱਚ ਫਸਲ ਉਗੇਗੀ, ਚੰਗੀ ਪੈਲੀ ਦੀ ਭਾਲ ਕਰਕੇ ਉਹਦੀ ਬੱਤਰ ਦੇਖ ਕੇ ਬੀਜ ਪਾਉਂਦਾ ਹੈ। ਅਮਲ ਕਰ ਧਰਤੀ, ਜੋ ਤੂੰ ਕਰਮ ਕਰਦਾ ਆਪਣਾ ਜੀਵਨ ਜਿਉਂਦਾ ਉਹਦੀ ਧਰਤੀ ਬਣਾ ਲੈ। ਜੇ ਤੇਰੇ ਕਰਮ ਹੀ ਮਾੜੇ ਨੇ, ਸਤਿਗੁਰੂ ਜੀ ਕਹਿੰਦੇ ਫਿਰ ਰੱਬ ਦਾ ਨਾਂ ਕਿੱਥੇ ਬੀਜਿਆ ਜਾਣਾ। ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਜਿਹੜਾ ਰੱਬੀ ਗਿਆਨ ਹੈ ਉਹ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖ। ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਕਹਿੰਦੇ ਉਹ ਬੀਜ ਪਾ। ਸੱਚ ਕੀ ਆਵ ਨਿਤ ਦੇ ਪਾਣੀ, ਕਹਿੰਦੇ ਸੱਚ ਦਾ ਪਾਣੀ ਪਾ। ਹੋਏ ਕਿਰਸਾਨ ਇਮਾਨ ਜਮਾਏ, ਕਹਿੰਦੇ ਕਿਰਸਾਨ ਵਾਂਗੂ ਇਮਾਨਦਾਰ ਹੋ ਜਾ। ਇਮਾਨ ਭਾਵ ਕਿ ਉਹ ਬੇੜਾ ਨਹੀਂ ਖੁੰਝਣ ਦਿੰਦਾ, ਬੱਤਰ ਨਹੀਂ ਖੁੰਝਣ ਦਿੰਦਾ, ਇੱਕ ਅੱਧਾ ਦਿਨ ਵੀ ਇੱਧਰ ਉੱਧਰ ਨਹੀਂ ਹੋਣ ਦਿੰਦਾ। ਜਦੋਂ ਪੈਲੀ ਬੱਤਰ ਆ ਗਈ ਉਹਨੇ ਬੀਜ ਦੇਣੀ। ਭਿਸਤ ਦੋਜਕ ਮੂੜੇ ਏਵ ਜਾਣੀ, ਸਤਿਗੁਰੂ ਜੀ ਕਹਿੰਦੇ ਮੂਰਖਾ, ਇਸ ਤਰੀਕੇ ਨਾਲ ਪਤਾ ਲੱਗਣਾ ਵੀ ਨਰਕ ਕੀ ਹੈ ਤੇ ਸੁਰਗ ਕੀ ਹੈ। ਜੇ ਤੁਸੀਂ ਇਦਾਂ ਹੀ ਤੁਰੇ ਫਿਰਦੇ ਨੇ ਫਿਰ ਨਹੀਂ ਤੁਹਾਨੂੰ ਪਤਾ ਲੱਗਣਾ। ਬੜੇ ਲੋਕ ਇਸ ਕਿੱਤੇ ਨਾਲ ਜੁੜੇ ਹੋਣਗੇ। ਇਹ ਤਾਂ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਾਨੂੰ ਹੱਕਾਂ ਵਾਸਤੇ ਲੜਨਾ ਸਿਖਾਇਆ। ਨਹੀਂ ਹੋਰ ਕਿੰਨੀਆਂ ਸਟੇਟਾਂ ਨੇ ਭਾਰਤ ਦੀਆਂ, ਸਾਰੀਆਂ ਦੇ ਵਿੱਚ ਇਹ ਬਿੱਲ ਜਿਹੜੇ ਲਾਗੂ ਨੇ, ਬਿਹਾਰ ਯੂਪੀ ਗੁਜਰਾਤ ਹੋਰ ਸਾਰੇ ਲਾਗੂ ਨੇ। ਇਹ ਤੇ ਸਤਿਗੁਰੂ ਜੀ ਦੇ ਬਖਸ਼ੇ ਕੁਝ ਸਿਧਾਂਤ ਅਸੀਂ ਕਮਾ ਲਏ ਨੇ ਵੀ ਇੱਕ ਲੰਗਰ ਦੀ ਮਰਜ਼ਾਦਾ ਨਹੀਂ ਟੁੱਟਣ ਦਿੱਤੀ, ਇੱਕ ਅਸੀਂ ਇਕੱਠੇ ਹੋ ਕੇ ਖੜ ਗਏ ਤੇ ਏਕਤਾ ਬੜੀ ਜ਼ਰੂਰੀ ਹੈ। ਤੇ ਲੰਗਰ ਦੀ ਮਰਜ਼ਾਦਾ ਕਰਕੇ ਏਕਤਾ ਕਰਕੇ ਉਹ ਬਿੱਲ ਜਿਹੜੇ ਉਹਨੂੰ ਵਾਪਸ ਲੈਣੇ ਪਏ। ਪਰ ਪਿਆਰਿਓ ਹੁਣ ਅੱਗੇ ਤੋਂ ਵੀ ਸਾਨੂੰ ਚਿੰਤਨ ਕਰਨ ਦੀ ਲੋੜ ਹੈ ਵੀ ਬਿੱਲ ਤੇ ਵਾਪਸ ਹੋ ਗਏ ਨੇ, ਇਹ ਲਾਗੂ ਕਿਉਂ ਹੋਏ ਨੇ। ਜੇ ਹੁਣ ਲਾਗੂ ਹੋ ਕੇ ਰੱਦ ਹੋ ਗਏ ਨੇ ਤੇ ਲਾਗੂ ਫੇਰ ਵੀ ਕਰ ਸਕਦੇ ਨੇ ਉਹਨਾਂ ਕੋਲੇ ਪਾਵਰਾਂ। ਚਿੰਤਨ ਦੀ ਲੋੜ ਹੈ ਵੀ ਪੰਜਾਬ ਨੂੰ ਬਚਾਇਆ ਕਿਵੇਂ ਜਾਵੇ। ਹਾਂ ਸਤਿਗੁਰੂ ਜੀ ਦਾ ਸ਼ੁਕਰ ਸ਼ੁਕਰਾਨਾ ਕਰਨਾ ਸਾਡਾ ਫਰਜ਼ ਬਣਦਾ ਹੈ, ਪਰ ਨਾਲ ਦੀ ਨਾਲ ਅਸੀਂ ਚਿੰਤਨ ਵੀ ਕਰੀਏ, ਆਉਣ ਵਾਲੇ ਸਮੇਂ ਬਾਰੇ ਸੋਚੀਏ ਫੇਰ ਕਿ ਇਹ ਜਿਹੜੀਆਂ ਜ਼ਮੀਨਾਂ ਨੇ ਇਹਨਾਂ ਦੀ ਜੱਦੀ ਪੁਸ਼ਤੀ ਮਾਲਕੀ ਕਿਹੜੇ ਤਰੀਕੇ ਕਿਵੇਂ ਸਾਡੇ ਕੋਲੇ ਰਹਿ ਸਕਦੀ ਹੈ। ਜੇ ਅਸੀਂ ਰਵਾਇਤੀ ਫਸਲਾਂ ਤੋਂ ਨਾ ਹਟੇ, ਕਣਕ ਝੋਨੇ ਤੋਂ ਪਿੱਛੇ ਨਾ ਹਟੇ ਪਿਆਰਿਓ, ਤੇ ਪੰਜਾਬ ਨੂੰ ਅਸੀਂ ਆਪਣੇ ਹੱਥੀਂ ਬਰਬਾਦ ਕਰਾਂਗੇ। ਜ਼ਹਿਰੀਲੀਆਂ ਸਪਰੇਹਾਂ ਕਰ ਕਰਕੇ ਧਰਤੀ ਜ਼ਹਿਰੀਲੀ ਕਰਤੀ, ਰੇਹਾਂ ਪਾ ਪਾ ਕੇ ਅਸੀਂ ਉਹਦੀ ਉਗਣ ਸ਼ਕਤੀ ਨੂੰ ਦਿਨੋਂ ਦਿਨ ਘਟਾਉਂਦੇ ਜਾ ਰਹੇ ਹਾਂ। ਸੋ ਕਹਿਣ ਤੋਂ ਭਾਵ ਕਿ ਸਾਨੂੰ ਬਦਲਣਾ ਪੈਣਾ ਹੈ ਸਮੇਂ ਦੇ ਨਾਲ, ਤੇ ਬਦਲਾਅ ਦੀ ਗੱਲ ਆਪਾਂ ਪਹਿਲਾਂ ਹੀ ਕੀਤੀ ਹੈ। ਸਤਿਗੁਰੂ ਜੀ ਦੇ ਸਾਰੇ ਸਿਧਾਂਤਾਂ ਨੂੰ ਕਮਾ ਲਈਏ ਜੋ ਸਤਿਗੁਰੂ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ, ਤੇ ਫਿਰ ਪਿਆਰਿਓ ਕੋਈ ਇਹੋ ਜਿਹਾ ਨਹੀਂ ਵੀ ਜਿਹੜਾ ਸਾਡੇ ਪੰਜਾਬ ਵੱਲ ਅੱਖ ਕਰਕੇ ਵੇਖ ਸਕੇ, ਪੰਜਾਬ ਵੱਲ ਵੀ ਝਾਕ ਸਕੇ। ਪਰ ਦੇਖੋ ਅਸੀਂ ਫੇਰ ਮਾਰ ਖਾ ਜਾਂਦੇ ਆ। ਜਿਹੜੇ ਲੋਕ ਉੱਥੇ ਇਕੱਠੇ ਬੈਠੇ ਸਨ ਦਿੱਲੀ ਬਾਰਡਰਾਂ ਦੇ ਉੱਤੇ, ਜਿਹੜੇ ਕਹਿੰਦੇ ਸਨ ਕਿ ਸਾਡੀ ਏਕਤਾ ਹੈ, ਭਾਵੇਂ ਕਿਸੇ ਬਾਰਡਰ ਤੇ ਰੌਲਾ ਪੈਂਦਾ ਅਸੀਂ ਸਾਰੇ ਇਕੱਠੇ ਆ, ਉਹੀ ਹੁਣ ਆ ਕੇ ਫੇਰ ਲੀਡਰਾਂ ਦੀਆਂ ਜੁੱਤੀਆਂ ਚੜ੍ਹਦੇ ਫਿਰਦੇ ਲੱਗੇ ਹੋਏ ਆ। ਉਹੀ ਸਾਰਾ ਕੁਝ ਅਸੀਂ ਫੇਰ ਜਿੰਦਾਬਾਦ ਮੁਰਦਾਬਾਦ ਕਰੀ ਜਾਂਦੇ। ਸੋ ਇਹ ਚਿੰਤਨ ਕਰਨ ਦੀ ਪਿਆਰਿਓ ਸਾਨੂੰ ਲੋੜ ਹੈ। ਸੋ ਨਾਲ ਦੀ ਨਾਲ ਇਹ ਚੀਜ਼ ਨੂੰ ਆਪਾਂ ਸਾਂਭ ਕੇ ਰੱਖੀਏ। ਖੇਤੀ ਦੀ ਰਵਾਇਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਖੇਤੀ ਕੀਤੀ ਹੈ, ਇਹਦੇ ਨਾਲ ਸਾਡਾ ਇਤਿਹਾਸ ਜੁੜਿਆ, ਸਾਡਾ ਧਰਮ ਜੁੜਿਆ। ਪਿਛਲੀ ਉਮਰੇ ਕਰਤਾਰਪੁਰ ਸਤਿਗੁਰੂ ਜੀ ਨੇ ਜਿਹੜਾ ਉਹ ਉਦਾਸੀਆਂ ਵਾਲੇ ਕੱਪੜੇ ਸੀ ਉਹ ਲਾਹ ਦਿੱਤੇ ਸਨ। ਪੈਰ ਸੰਸਾਰੀ ਕੱਪੜੇ ਭੇਖ ਉਦਾਸੀ ਸਗਲ ਉਤਾਰਾ, ਉਦਾਸੀਆਂ ਵਾਲੇ ਕੱਪੜੇ ਲਾਹ ਕੇ ਸਤਿਗੁਰੂ ਜੀ ਨੇ ਉੱਥੇ ਆਮ ਕੱਪੜੇ ਪਾ ਲਏ ਜਿਹੜੇ ਕਿਰਤੀ ਲੋਕ ਪਾਉਂਦੇ ਸਨ। ਖੇਤਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਤੇ ਆਪਾਂ ਨੂੰ ਪਤਾ ਵੀ ਨਨਕਾਣਾ ਸਾਹਿਬ ਗੁਰਦੁਆਰੇ ਤੇ ਉਹ ਵੀ ਲੱਗਿਆ ਹੋਇਆ, ਸਤਿਗੁਰੂ ਜੀ ਦੇ ਖੇਤ ਨੇ, ਤੇ ਉੱਥੇ ਸਤਿਗੁਰੂ ਜੀ ਨੇ ਖੇਤੀ ਕੀਤੀ। ਤੇ ਪਿਆਰਿਓ ਖੇਤੀ ਦੇ ਵਿਚਲੇ ਉਦਾਹਰਨ ਨੇ। ਜੇ ਅਸੀਂ ਇਸ ਕਿੱਤੇ ਨਾਲ ਜੁੜੇ ਰਹਾਂਗੇ ਤਾਂ ਸਾਡੇ ਬੱਚਿਆਂ ਨੂੰ ਗੁਰਬਾਣੀ ਵਿੱਚੋਂ ਵੀ ਪਤਾ ਲੱਗੂ ਕਿ ਸੁਹਾਗਾ ਕੀ ਹੁੰਦਾ ਹੈ, ਹਲ ਕੀ ਹੁੰਦੇ ਨੇ। ਤੇ ਨਹੀਂ ਉਹਨਾਂ ਨੂੰ ਅਸੀਂ ਦੱਸ ਹੀ ਨਹੀਂ ਸਕਦੇ ਕੀ ਹੁੰਦੇ। ਉਹਨਾਂ ਨੂੰ ਜਾਂ ਤਾਂ ਕੋਈ ਫੋਟੋ ਦਿਖਾਵਾਂਗੇ ਫੇਰ ਹੈ, ਉਹਨਾਂ ਨੇ ਕਹਿਣਾ ਭਾਈ ਦਾ ਕਿਵੇਂ ਗੁੜਾ ਨੂੰ ਚਲਾਈ ਦਾ ਕਿਵੇਂ ਹੁੰਦਾ, ਗੀਤ ਪਾਠ ਸੁਹਾਗਾ ਕਿਵੇਂ ਬਾਅਦ ਵਾਸਤੇ ਆਵਾਂਗੇ। ਤਾਂ ਪਿਆਰਿਓ
ਫਿਰ ਅਸੀਂ ਕੁਝ ਪ੍ਰਾਪਤ ਕਰ ਸਕਾਂਗੇ। ਅਜੇ ਸਾਡੀਆਂ ਭਰੀਆਂ ਨੇ। ਇਸੇ ਤਰ੍ਹਾਂ ਸਤਿਗੁਰੂ ਸਭਨਾਂ ਦੇ ਸਿਰ ਤੇ ਰਹਿਣ ਭਰਿਆ ਹੱਥ ਰੱਖਣ, ਸਭਨਾਂ ਅੰਦਰ ਪਿਆਰ ਨੇ ਜੁੜੀ ਇੱਕ ਬਖਸ਼ਣ, ਔਰ ਨਾਲ ਹੀ ਸਤਿਗੁਰੂ ਜੀ ਇਹ ਚਰਨ ਕਮਲਾਂ ਪਾਸ ਅਰਦਾਸ ਜੀ ਜਿਹੜਾ ਸਾਲ ਆਇਆ ਸਭਨਾਂ ਵਾਸਤੇ ਭਲਾ ਹੋਵੇ, ਚੰਗਾ ਹੋਵੇ, ਖੁਸ਼ੀਆਂ ਖੇੜੇ ਲੈ ਕੇ ਆਵੇ, ਜਿਹੜੀ ਆਪਾਂ ਇੱਕ ਸ਼ੁਭਕਾਮਨਾ ਕਰ ਸਕਦੇ ਹਾਂ ਅਰਦਾਸ ਬੇਨਤੀ ਦੇ ਰੂਪ ਵਿੱਚ। ਤਾਂ ਤੇ ਪਿਆਰਿਓ, ਸਤਿਗੁਰੂ ਜੀ ਦੇ ਹਜ਼ੂਰ ਆਪਾਂ ਥੋੜ੍ਹੀਆਂ ਕੁ ਵਿਚਾਰਾਂ ਕੀਤੀਆਂ ਨੇ, ਕਿਉਂਕਿ ਸਮਾਂ ਬੜਾ ਥੋੜ੍ਹਾ ਜਿਹਾ ਹੁੰਦਾ ਹੈ। ਸੋ ਨਵੇਂ ਸਾਲ ਦੀ ਗੱਲ ਨਾਲ ਖੇਤੀਬਾੜੀ ਦੇ ਇਹ ਪਿੰਡਾਂ ਬਾਰੇ ਜੋ ਵਿਚਾਰ ਹੋਈ ਹੈ, ਸਤਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਰਲ ਮਿਲ ਕੇ ਸੰਗਤਾਂ ਨੇ। ਸੋ ਇਸੇ ਤਰ੍ਹਾਂ ਸਤਿਗੁਰੂ ਜੀ ਸਭਨਾਂ ਅੰਦਰ ਪਿਆਰ ਵੀ ਲੋੜੇ ਬਖਸ਼ਿਸ਼ ਕਰਦੇ ਰਹਿਣ। ਸਭਨਾਂ ਧੰਨਵਾਦ, ਕੋਟਾਂ ਕੋਟ ਧੰਨਵਾਦ ਸਤਿਗੁਰੂ ਜੀ ਦਾ। ਸਾਹਿਬ ਜੀ ਦੇ ਹਜ਼ੂਰ ਬੋਲਦਿਆਂ ਵਿਚਾਰਾਂ ਕਰਦਿਆਂ ਹੋਈਆਂ ਗਲਤੀਆਂ ਗੱਲਾਂ ਚੁੱਕਾਂ ਦੀ ਖਿਮਾ। ਸੋ ਇਸ ਵੇਲੇ ਭਾਈ ਸੁਦਾਗਰ ਸਿੰਘ ਜੀ ਪਹੁੰਚੇ ਨੇ, ਉਹ ਸੰਗਤਾਂ ਦੇ ਨਾਲ ਕੁਝ ਵਿਚਾਰ ਰੱਖਣਗੇ ਜੀ। ਇਸੇ ਤਰ੍ਹਾਂ ਆਪ ਜੀ ਨੇ ਉਹਨਾਂ ਦੇ ਵਿਚਾਰ ਸਰਵਣ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।